ओशो ਦਾ ਪ੍ਰਵਚਨ ਹੈ ਜੀਵਨ ਕੀ ਹੈ। ਜੀਸਸ ਤੋਂ ਕੋਈ ਪੁੱਛ ਰਿਹਾ ਸੀ ਕਿ ਤੁਹਾਡਾ ਜਨਮ ਕਦੋਂ ਹੋਇਆ ਤਾਂ ਜੀਸਸ ਨੇ ਜੋ ਉੱਤਰ ਦਿੱਤਾ ਉਹ ਬਹੁਤ ਹੈਰਾਨੀ ਵਾਲਾ ਹੈ। ਯਹੂਦੀਆਂ ਦਾ ਇੱਕ ਬਹੁਤ ਪੁਰਾਣਾ ਪੈਗੰਬਰ ਹੋਇਆ ਹੈ ਇਬਰਾਹਿਮ, ਜੀਸਸ ਤੋਂ ਕੋਈ 2000 ਸਾਲ ਪਹਿਲਾਂ। ਇਬਰਾਹਿਮ ਯਹੂਦੀਆਂ ਦੇ ਇਤਿਹਾਸ 'ਚ ਪੁਰਾਣੇ ਤੋਂ ਪੁਰਾਣਾ ਨਾਮ ਹੈ। ਜੀਸਸ ਨੇ ਕਿਹਾ ਕਿ ਇਬਰਾਹਿਮ ਸੀ, ਉਸ ਤੋਂ ਵੀ ਪਹਿਲਾਂ ਮੈਂ ਸੀ। ਵਿਸ਼ਵਾਸ ਨਹੀਂ ਹੋਇਆ ਹੋਏਗਾ ਸੁਣਨ ਵਾਲਿਆਂ ਨੂੰ, ਕਿਉਂਕਿ ਵਿਸ਼ਵਾਸ ਸਾਨੂੰ ਸਿਰਫ ਉਸੇ ਗੱਲ ਦਾ ਹੁੰਦਾ ਜਿਹਦਾ ਸਾਨੂੰ ਅਨੁਭਵ ਹੋਵੇ। ਗੱਲ ਬੁਝਾਰਤ ਹੀ ਲੱਗਦੀ ਹੋਏਗੀ ਕਿਉਂਕਿ ਇਬਰਾਹਿਮ ਤੋਂ ਪਹਿਲਾਂ ਜੀਸਸ ਦੇ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ ਲੱਗਦੀ। ਸਰੀਰ ਤਾਂ ਹੋ ਸਕਦਾ ਹੈ, ਲੇਕਿਨ ਜੀਸਸ ਵਰਗਾ ਆਦਮੀ ਵਿਅਰਥ ਹੀ ਝੂਠ ਬੋਲੇ ਇਹ ਵੀ ਸੰਭਵ ਨਹੀਂ ਹੈ। ਲਾਓ ਤਸੇ ਨੂੰ ਕਿਸੇ ਨੇ ਇੱਕ ਦਿਨ ਪੁੱਛਿਆ ਕਿ ਤੁਹਾਡਾ ਜਨਮ ਕਿੱਥੇ ਹੋਇਆ, ਤੁਹਾਡੇ ਜਨਮ ਦੀ ਤਾਰੀਖ ਕਿਹੜੀ ਹੈ? ਤਾਂ ਲਾਓ ਤਸੇ ਨੇ ਕਿਹਾ, ਜਿੱਥੋਂ ਤੱਕ ਮੈਂ ਜਾਣਦਾ ਮੇਰਾ ਜਨਮ ਕਦੀ ਹੋਇਆ ਹੀ ਨਹੀਂ, ਤੇ ਮੇਰੇ ਜਨਮ ਦੇ ਸੰਬੰਧ ਵਿੱਚ ਜੇ ਦੂਜੇ ਕਹਿਣ ਤਾਂ ਉਹਨਾਂ ਦਾ ਭਰੋਸਾ ਨਾ ਕਰਨਾ, ਕਿਉਂਕਿ ਆਪਣੇ ਜਨਮ ਦੇ ਸੰਬੰਧ 'ਚ ਜਿੰਨਾ ਮੈਂ ਜਾਣਦਾ ਉਹਨਾਂ ਕੋਈ ਦੂਜਾ ਨਹੀਂ ਜਾਣ ਸਕਦਾ। ਲੇਕਿਨ ਅਸੀਂ ਸਾਰੇ ਜੋ ਸਾਨੂੰ ਦੂਜੇ ਦੱਸਦੇ ਹਨ ਉਸ ਉੱਪਰ ਭਰੋਸਾ ਕਰਦੇ ਹਾਂ। ਇਹ ਬਹੁਤ ਮਜ਼ਾਕ ਦੀ ਗੱਲ ਹੈ। ਲਾਓ ਤਸੇ ਨੇ ਜੋ ਕਹੀ, ਕਿਉਂਕਿ ਤੁਹਾਨੂੰ ਵੀ ਆਪਣੇ ਜਨਮ ਦਾ ਕੋਈ ਪਤਾ ਨਹੀਂ ਹੈ ਸਿਵਾਏ ਦੂਜਿਆਂ ਦੀ ਦੱਸੀ ਹੋਈ ਗੱਲ ਦੇ। ਦੂਜੇ ਕਹਿੰਦੇ ਹਨ ਕਿ ਤੁਸੀਂ ਕਦੋਂ ਪੈਦਾ ਹੋਏ, ਸਮਝੀਏ ਕਿ ਦੂਜੇ ਨਾ ਕਹਿਣ, ਸਮਝੀਏ ਕਿ ਇੱਕ ਬੱਚੇ ਨੂੰ ਨਾ ਦੱਸਿਆ ਜਾਏ ਕਿ ਉਹ ਕਦੀ ਪੈਦਾ ਹੋਇਆ, ਤਾਂ ਵੀ ਕੋਈ ਉਪਾਅ ਹੈ ਕਿ ਬੱਚਾ ਆਪਣੇ ਵੱਲੋਂ ਪਤਾ ਲਗਾ ਲਏ ਕਿ ਉਹ ਪੈਦਾ ਹੋਇਆ। ਜੇ ਬਾਹਰ ਤੋਂ ਸੂਚਨਾ ਨਾ ਦਿੱਤੀ ਜਾਏ ਤਾਂ ਤੁਹਾਨੂੰ ਕਦੇ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਪੈਦਾ ਹੋਏ ਹੋ। ਬੜੇ ਮਜ਼ੇ ਦੀ ਗੱਲ ਹੈ, ਜਨਮੇ ਤੁਸੀਂ ਹੋ ਤੇ ਸੂਚਨਾ ਬਾਹਰ ਤੋਂ ਦਿੱਤੀ ਗਈ ਹੈ, ਤੇ ਜਿਨ੍ਹਾਂ ਨੇ ਸੂਚਨਾ ਦਿੱਤੀ ਹੈ ਉਹਨਾਂ ਨੂੰ ਵੀ ਆਪਣੇ ਜਨਮ ਦੀ ਕੋਈ ਖਬਰ ਨਹੀਂ, ਉਹਨਾਂ ਨੂੰ ਵੀ ਆਪਣੇ ਜਨਮ ਦੀ ਖਬਰ ਦੂਜਿਆਂ ਨੇ ਦਿੱਤੀ ਹੈ। ਇਸੇ ਤਰ੍ਹਾਂ ਹੋਰ ਵੀ ਅੱਗੇ ਹੈ। ਜਨਮ ਇੱਕ ਝੂਠੀ ਗੱਲ ਹੈ, ਲੋਕਾਂ ਵੱਲੋਂ ਆਖੀ ਹੋਈ ਗੱਲ। ਲੋਕ ਕਹਿੰਦੇ ਹਨ ਤੁਸੀਂ ਪੈਦਾ ਹੋਏ, ਕੋਈ ਆਦਮੀ ਕਦੀ ਪੈਦਾ ਨਹੀਂ ਹੋਇਆ ਹੁੰਦਾ। ਫਿਰ ਇਸੇ ਤਰ੍ਹਾਂ ਲੋਕ ਕਹਿੰਦੇ ਹਨ ਕਿ ਮਰ ਗਿਆ। ਜਿਨ੍ਹਾਂ ਨੇ ਆਪਣਾ ਜਨਮ ਵੀ ਨਹੀਂ ਜਾਣਿਆ ਉਹ ਆਪਣੀ ਮੌਤ ਕਿਵੇਂ ਜਾਣ ਸਕਣਗੇ? ਲੇਕਿਨ ਜਨਮ ਸਾਨੂੰ ਦੂਜੇ ਦੱਸ ਦਿੰਦੇ ਹਨ ਕਿ ਕਦੀ ਪੈਦਾ ਹੋਏ, ਫਲਾਣੀ ਤਾਰੀਖ, ਫਲਾਣੀ ਮਿਤੀ ਨੂੰ, ਤੇ ਫਿਰ ਕੋਈ ਮਰਦਾ ਹੈ ਚਾਰੇ ਪਾਸੇ ਤੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਅਸੀਂ ਵੀ ਮਰਾਂਗੇ। ਦੂਜਿਆਂ ਦੇ ਮਰਨ ਦੀ ਘਟਨਾ ਨੂੰ ਦੇਖ ਕੇ ਅਸੀਂ ਆਪਣੇ ਬਾਰੇ ਵੀ ਵਿਚਾਰ ਕਰ ਲੈਂਦੇ ਹਾਂ ਕਿ ਅਸੀਂ ਵੀ ਮਰਾਂਗੇ। ਖੁਦ ਦੇ ਜਨਮ ਦੀ ਖਬਰ ਦੂਜਿਆਂ ਵੱਲੋਂ ਦਿੱਤੀ ਗਈ ਸੂਚਨਾ ਤੇ ਮਰਨਾ ਇੱਕ ਅਨੁਮਾਨ, ਇਨਫਰੈਂਸ, ਕਿਉਂਕਿ ਹਰ ਕੋਈ ਮਰਿਆ ਇਸ ਲਈ ਮੈਂ ਵੀ ਮਰਾਂਗਾ। ਲੇਕਿਨ ਜਦੋਂ ਅਸੀਂ ਕਿਸੇ ਆਦਮੀ ਨੂੰ ਮਰਦਾ ਵੇਖਦੇ ਹਾਂ ਤਦ ਅਸੀਂ ਕੀ ਦੇਖਦੇ ਹਾਂ? ਸੱਚਮੁੱਚ ਅਸੀਂ ਕੀ ਵੇਖਦੇ ਹਾਂ? ਦੱਖਣ 'ਚ ਇੱਕ ਸੰਨਿਆਸੀ ਸੀ, ਬ੍ਰਹਮ ਯੋਗੀ। ਉਹਨੇ ਆਕਸਫੋਰਡ, ਰੰਗੂਨ ਤੇ ਕਲਕੱਤਾ ਯੂਨੀਵਰਸਿਟੀ 'ਚ 3 ਵਾਰ ਇੱਕ ਬਹੁਤ ਅਦਭੁਤ ਪ੍ਰਯੋਗ ਕੀਤਾ। ਉਹਨੇ ਮਰਨ ਦਾ ਪ੍ਰਯੋਗ ਕੀਤਾ। ਉਹ 10 ਮਿੰਟ ਲਈ ਮਰ ਜਾਂਦਾ ਸੀ ਮੈਡੀਕਲੀ, ਜਿਹਨੂੰ ਡਾਕਟਰ ਕਹਿ ਸਕਣ ਕਿ ਮੌਤ ਹੋ ਗਈ। ਕਲਕੱਤਾ ਯੂਨੀਵਰਸਿਟੀ 'ਚ ਜਦੋਂ ਉਹਨੇ ਪ੍ਰਯੋਗ ਕੀਤਾ ਤਾਂ 10 ਵੱਡੇ ਡਾਕਟਰ ਮੌਜੂਦ ਸਨ। ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਵੱਡੇ ਡਾਕਟਰ, ਸਰਜਨ ਸਭ ਮੌਜੂਦ ਸਨ। ਤੇ ਜਦੋਂ ਬ੍ਰਹਮ ਯੋਗੀ 10 ਮਿੰਟ ਲਈ ਮਰ ਗਿਆ ਤਾਂ ਉਹਨਾਂ 10 ਨੇ ਦਸਖਤ ਕੀਤੇ ਸਰਟੀਫਿਕੇਟ ਉੱਪਰ ਕਿ ਇਹ ਆਦਮੀ ਮਰ ਗਿਆ। ਇਹਦੀ ਅਸੀਂ ਗਵਾਹੀ ਦਿੰਦੇ ਹਾਂ। ਸਾਹ ਮੁੱਕ ਗਿਆ, ਦਿਲ ਦੀ ਧੜਕਣ ਬੰਦ ਹੋ ਗਈ, ਖੂਨ ਦੀ ਗਤੀ ਰੁਕ ਗਈ, ਮਰਨ ਦੇ ਸਾਰੇ ਲੱਛਣ ਪੂਰੇ ਹੋ ਗਏ। 10 ਮਿੰਟ ਬਾਅਦ ਉਹ ਆਦਮੀ ਵਾਪਸ ਪਰਤ ਆਇਆ ਤੇ ਉਸ ਆਦਮੀ ਨੇ ਕਿਹਾ ਕਿ ਜੇ ਇਹ ਤੁਹਾਡਾ ਸਰਟੀਫਿਕੇਟ ਸਹੀ ਹੈ ਤਾਂ ਮੈਂ ਵਾਪਸ ਨਾ ਪਰਤ ਸਕਦਾ, ਤੇ ਜੇ ਮੈਂ ਵਾਪਸ ਪਰਤ ਆਇਆ ਤਾਂ ਤੁਸੀਂ ਹੁਣ ਤੱਕ ਜਿੰਨੇ ਮੌਤ ਦੇ ਸਰਟੀਫਿਕੇਟ ਦਿੱਤੇ ਸਭ ਝੂਠੇ ਸਨ, ਕਿਉਂਕਿ ਇਹਨਾਂ 2 ਦੇ ਸਿਵਾਏ ਹੋਰ ਕੀ ਮਤਲਬ ਹੋਏਗਾ। ਤੇ ਉਹਨਾਂ 10 ਡਾਕਟਰਾਂ ਨੇ ਦੂਜੀ ਗੱਲ ਵੀ ਲਿਖ ਕੇ ਦਿੱਤੀ, ਉਹ ਇਹ ਕਿ ਜਿੱਥੋਂ ਤੱਕ ਅਸੀਂ ਸਮਝਦੇ ਹਾਂ, ਜਿੱਥੋਂ ਤੱਕ ਸਾਡਾ ਵਿਗਿਆਨ ਜਾਣਦਾ ਹੈ, ਅਸੀਂ ਸਮਝਦੇ ਹਾਂ ਆਦਮੀ ਮਰ ਗਿਆ ਸੀ, ਲੇਕਿਨ ਅਸੀਂ ਆਪਣੀਆਂ ਅੱਖਾਂ ਨੂੰ ਤਾਂ ਝੂਠਾ ਨਹੀਂ ਕਹਿ ਸਕਦੇ। ਇਹ ਆਦਮੀ ਫਿਰ ਜਿਉਂਦਾ ਹੈ। ਤੇ ਇਸ ਘਟਨਾ ਨੇ ਸਾਰੀ ਦੁਨੀਆ ਦੇ ਡਾਕਟਰਾਂ ਨੂੰ ਚਿੰਤਾ 'ਚ ਪਾ ਦਿੱਤਾ ਸੀ, ਕਿਉਂਕਿ ਇਹਦਾ ਮਤਲਬ ਕੀ ਹੁੰਦਾ ਹੈ? ਜਿਹਨੂੰ ਅਸੀਂ ਮੌਤ ਕਹਿੰਦੇ ਹਾਂ ਉਹ ਕੁਝ ਕੰਮਾਂ ਦਾ ਬੰਦ ਹੋ ਜਾਣਾ ਹੈ। ਸਾਹ ਨਹੀਂ ਚੱਲਦੇ, ਖੂਨ ਨਹੀਂ ਚੱਲਦਾ, ਦਿਲ ਨਹੀਂ ਧੜਕਦਾ। ਜੇ ਜ਼ਿੰਦਗੀ ਇਹਨਾਂ ਚੀਜ਼ਾਂ ਦਾ ਜੋੜ ਹੈ ਤਾਂ ਜ਼ਰੂਰ ਮੌਤ ਇਹਨਾਂ ਦੇ ਬੰਦ ਹੋ ਜਾਣ ਨਾਲ ਹੋ ਜਾਂਦੀ ਹੈ। ਲੇਕਿਨ ਕਿਸ ਨੇ ਕਿਹਾ ਕਿ ਜ਼ਿੰਦਗੀ ਇਹਨਾਂ ਦਾ ਹੀ ਜੋੜ ਹੈ? ਜ਼ਿੰਦਗੀ ਇਸ ਤੋਂ ਬਹੁਤ ਵੱਡੀ ਗੱਲ ਹੈ। ਜਨਮ ਤੋਂ ਜੋ ਸ਼ੁਰੂ ਹੁੰਦੀ ਹੈ ਮੌਤ ਉੱਤੇ ਬੰਦ ਹੋ ਜਾਂਦੀ ਹੈ, ਲੇਕਿਨ ਨਾ ਤਾਂ ਜਨਮ ਤੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਨਾ ਮੌਤ ਉੱਤੇ ਜ਼ਿੰਦਗੀ ਖਤਮ ਹੁੰਦੀ ਹੈ। ਅਸੀਂ ਤਾਂ ਆਪਣੇ ਸਰੀਰ ਦੀ ਧੜਕਣ, ਖੂਨ ਦੀ ਗਤੀ, ਨਾੜੀ ਦਾ ਚੱਲਣਾ, ਇਹਨਾਂ ਨੂੰ ਹੀ ਆਪਣਾ ਹੋਣਾ ਸਮਝਦੇ ਹਾਂ। ਇਸ ਨਾਲ ਵੱਡੀ ਜਟਿਲਤਾ ਪੈਦਾ ਹੋ ਜਾਂਦੀ ਹੈ। ਇਸ ਲਈ 2 ਝੂਠਾਂ ਵਿਚਕਾਰ ਅਸੀਂ ਜਿਉਂਦੇ ਹਾਂ, ਇੱਕ ਜਨਮ ਦਾ ਝੂਠ, ਇੱਕ ਮੌਤ ਦਾ ਝੂਠ। ਧਰਤੀ ਉੱਤੇ ਇਹਨਾਂ ਤੋਂ ਵੱਡੇ ਝੂਠ ਨਹੀਂ ਹਨ,
ਲੇਕਿਨ ਇਹ ਸਭ ਤੋਂ ਵੱਡੇ ਸੱਚ ਲੱਗਦੇ ਹਨ, ਕਿਉਂਕਿ ਜ਼ਿਆਦਾਤਰ ਲੋਕ ਕਹਿਣਾ ਚਾਹੀਦਾ ਸਾਰੇ ਇਹਨਾਂ ਨੂੰ ਮੰਨਦੇ ਹਨ। ਤੇ ਜੋ ਅਸੱਚ ਵੀ ਮਨਜ਼ੂਰ ਹੋ ਜਾਂਦਾ ਹੈ, ਉਹ ਸੱਚ ਲੱਗਣ ਲੱਗ ਜਾਂਦਾ ਹੈ। ਕਦੀ ਕਦੀ ਕੋਈ ਸੰਦੇਹ ਪੈਦਾ ਕਰ ਦਿੰਦਾ ਹੈ, ਕਦੀ ਕਦੀ ਕੋਈ ਸੰਦੇਹ ਪੈਦਾ ਹੋ ਜਾਂਦਾ ਹੈ। ਸਿਕੰਦਰ ਹਿੰਦੁਸਤਾਨ ਆਇਆ ਤੇ ਜਦੋਂ ਵਾਪਸ ਪਰਤ ਰਿਹਾ ਸੀ ਤਾਂ ਹਿੰਦੁਸਤਾਨ ਦੀ ਹੱਦ ਨੂੰ ਪਾਰ ਕਰਦੇ ਸਮੇਂ ਉਹਨੂੰ ਖਿਆਲ ਆਇਆ ਕਿ ਯੂਨਾਨ 'ਚ ਉਹਦੇ ਮਿੱਤਰਾਂ ਨੇ ਉਹਨੂੰ ਕਿਹਾ ਸੀ ਕਿ ਵਾਪਸੀ ਸਮੇਂ ਇੱਕ ਸੰਨਿਆਸੀ ਨੂੰ ਵੀ ਲੈ ਆਉਣਾ ਭਾਰਤ ਤੋਂ, ਤੇ ਸਭ ਤਾਂ ਲਿਆਓਗੇ ਹੀ, ਲੇਕਿਨ ਧਨ, ਹੀਰੇ, ਜਵਾਹਰਾਤ, ਮੋਤੀ ਉਹ ਸਭ ਯੂਨਾਨ ਵਿੱਚ ਵੀ ਹਨ, ਇੱਕ ਸੰਨਿਆਸੀ ਜ਼ਰੂਰ ਲੈਂਦੇ ਆਉਣਾ। ਸਿਕੰਦਰ ਨੇ ਹੋਰ ਸਭ ਤਾਂ ਲੁੱਟ ਕੀਤੀ, ਸੰਨਿਆਸੀ ਦੀ ਯਾਦ ਨਾ ਰਹੀ। ਆਖਰੀ ਪਲ 'ਚ ਯਾਦ ਆਈ ਤਾਂ ਉਹਨੇ ਕਿਹਾ ਜਾਓ ਕਿਸੇ ਸੰਨਿਆਸੀ ਨੂੰ ਫੜ ਲਿਆਓ। ਸਿਪਾਹੀ ਪਿੰਡ 'ਚ ਗਏ, ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਪੁੱਛਿਆ ਤਾਂ ਪਿੰਡ ਦੇ ਲੋਕਾਂ ਨੇ ਕਿਹਾ ਸੰਨਿਆਸੀ ਤਾਂ ਪਿੰਡ ਵਿੱਚ ਇੱਕ ਹੈ, ਲੇਕਿਨ ਤੁਸੀਂ ਲਿਜਾ ਸਕੋਗੇ ਇਹਦੀ ਸਾਨੂੰ ਉਮੀਦ ਨਹੀਂ। ਉਹਨਾਂ ਨੇ ਕਿਹਾ ਇਹਦੀ ਤੁਸੀਂ ਫਿਕਰ ਛੱਡੋ, ਅਸੀਂ ਸਿਕੰਦਰ ਦੇ ਸਿਪਾਹੀ ਹਾਂ, ਅਸੀਂ ਜੇ ਪਹਾੜਾਂ ਨੂੰ ਕਹੀਏ ਕਿ ਚੱਲੋ ਤਾਂ ਪਹਾੜ ਵੀ ਚੱਲਦੇ ਆ। ਇਹ ਨੰਗੀਆਂ ਤਲਵਾਰਾਂ ਦੇਖੀਏ, ਸੰਨਿਆਸੀ ਕੀ ਕਰ ਸਕੇਗਾ? ਉਹਨਾਂ ਨੇ ਕਿਹਾ ਇਸੇ ਲਈ ਅਸੀਂ ਚਿੰਤਤ ਹਾਂ ਕਿ ਤੁਹਾਡੀਆਂ ਤਲਵਾਰਾਂ ਸੰਨਿਆਸੀ ਨਾਲ ਕੁਝ ਕਰ ਸਕਣਗੀਆਂ ਜਾਂ ਨਹੀਂ ਕਰ ਸਕਣਗੀਆਂ। ਖੈਰ ਤੁਸੀਂ ਜਾਓ, ਇੱਕ ਕੋਸ਼ਿਸ਼ ਕਰ ਲਓ। ਉਹ ਗਏ। ਪਿੰਡ ਦੇ ਬਾਹਰ ਨੰਗਾ ਇੱਕ ਸੰਨਿਆਸੀ 30 ਸਾਲਾਂ ਤੋਂ ਨਦੀ ਦੇ ਕੰਢੇ ਤੇ ਸੀ। ਯੂਨਾਨੀ ਇਤਿਹਾਸਕਾਰਾਂ ਨੇ ਉਹਦਾ ਨਾਂ ਦੰਦਾਮਿਸ ਲਿਖਿਆ ਹੈ, ਪਤਾ ਨਹੀਂ ਉਹਦਾ ਨਾਂ ਕੀ ਹੋਏਗਾ। ਯੂਨਾਨੀਆਂ ਨੇ ਉਹਦਾ ਨਾਂ ਦੰਦਾਮਿਸ ਦਿੱਤਾ। ਹੋ ਸਕਦਾ ਦੰਡੀ ਸਾਧੂ ਜਾਂ ਅਜਿਹਾ ਕੁਝ, ਦੰਡੀ ਸੁਆਮੀ ਅਜਿਹਾ ਕੁਝ ਉਹਦਾ ਨਾਂ ਰਿਹਾ ਹੋਏਗਾ, ਡੰਡੇ ਵਾਲਾ ਸਾਧੂ ਅਜਿਹਾ ਕੁਝ ਨਾਂ ਰਿਹਾ ਹੋਏਗਾ। ਉਹਨਾਂ ਸਿਪਾਹੀਆਂ ਨੇ ਜਾ ਕੇ ਦੰਦਾਮਿਸ ਨੂੰ ਘੇਰ ਲਿਆ ਤੇ ਉਹਨੂੰ ਕਿਹਾ ਕਿ ਸਿਕੰਦਰ ਦਾ ਹੁਕਮ ਹੈ ਕਿ ਸਾਡੇ ਨਾਲ ਚੱਲੋ। ਉਹ ਨੰਗਾ ਫਕੀਰ ਹੱਸਣ ਲੱਗਾ। ਉਹਨੇ ਕਿਹਾ ਕਿ ਅਸੀਂ ਉਸੇ ਦਿਨ ਤੋਂ ਹੁਕਮ ਮੰਨਣੇ ਛੱਡ ਦਿੱਤੇ ਜਿਸ ਦਿਨ ਤੋਂ ਅਸੀਂ ਸੰਨਿਆਸੀ ਹੋਏ। ਅਸੀਂ ਹੁਕਮ ਤਦ ਤੱਕ ਮੰਨਦੇ ਸੀ ਜਦ ਤੱਕ ਅਸੀਂ ਡਰਦੇ ਸੀ। ਜੋ ਨਹੀਂ ਡਰਦਾ ਉਹ ਤੋਂ ਹੁਕਮ ਨਹੀਂ ਮਨਵਾਇਆ ਜਾ ਸਕਦਾ। ਪਰ ਉਹਨਾਂ ਨੇ ਕਿਹਾ ਤੈਨੂੰ ਪਤਾ ਨਹੀਂ, ਇਹ ਨੰਗੀਆਂ ਤਲਵਾਰਾਂ ਦੇਖਦੇ ਹੋ, ਅਸੀਂ ਤੇਰੀ ਧੌਣ ਕੱਟ ਦੇਵਾਂਗੇ। ਤਾਂ ਉਸ ਸੰਨਿਆਸੀ ਨੇ ਕਿਹਾ ਤੁਸੀਂ ਕੱਟ ਦਿਓਗੇ, ਬਹੁਤ ਠੀਕ ਹੈ, ਤੁਸੀਂ ਕੱਟ ਸਕਦੇ ਹੋ, ਅਸੀਂ ਕੋਈ ਇਤਰਾਜ਼ ਵੀ ਨਹੀਂ ਕਰਾਂਗੇ, ਲੇਕਿਨ ਤੁਹਾਡੇ ਗਰਦਨ ਕੱਟਣ ਤੋਂ ਡਰਾਂਗੇ ਨਹੀਂ, ਕਿਉਂਕਿ ਗਰਦਨ ਕੱਟਣ ਤੋਂ ਸਿਰਫ ਉਹ ਡਰਦਾ ਹੈ ਜੋ ਗਰਦਨ ਕੱਟਣ ਨੂੰ ਮੌਤ ਸਮਝਦਾ ਹੈ। ਅਜਿਹੇ ਆਦਮੀ ਦੇ ਸਾਹਮਣੇ ਪਹਿਲੀ ਵਾਰ ਤਲਵਾਰਾਂ ਉੱਤੇ ਜੰਗਾਲ ਲੱਗ ਗਿਆ। ਨੰਗੀਆਂ ਤਲਵਾਰਾਂ ਹੱਥ ਵਿੱਚ ਸਨ, ਲੇਕਿਨ ਹੱਥ ਇੱਕਦਮ ਸੁਸਤ ਹੋ ਗਏ। ਜੋ ਆਦਮੀ ਇਉਂ ਮਰਨ ਲਈ ਰਾਜ਼ੀ ਹੋਵੇ ਇੰਨੀ ਮੌਜ ਨਾਲ, ਉਹਨੂੰ ਮਾਰਨਾ ਬਿਲਕੁਲ ਬੇਕਾਰ ਹੈ, ਤੇ ਜੋ ਆਦਮੀ ਇੰਨੀ ਮੌਜ ਨਾਲ ਮਰਨ ਨੂੰ ਰਾਜ਼ੀ ਹੋਵੇ ਉਹਨੂੰ ਜ਼ਿੰਦਾ ਰੱਖਣਾ ਵੀ ਬਿਲਕੁਲ ਬੇਕਾਰ ਹੈ। ਲੇਕਿਨ ਇਹ ਦੂਜੀ ਗੱਲ ਹੈ। ਸਿਕੰਦਰ ਨੂੰ ਜਾ ਕੇ ਉਹਨਾਂ ਨੇ ਕਿਹਾ ਕਿ ਉਹ ਆਦਮੀ ਲਜਾਇਆ ਨਹੀਂ ਜਾ ਸਕੇਗਾ, ਅਜੀਬ ਆਦਮੀ ਹੈ। ਅਸੀਂ ਬਹੁਤ ਲੋਕ ਦੇਖੇ ਹੈ, ਮਰਨ ਵਾਲੇ, ਮਾਰਨ ਵਾਲੇ, ਲੜਨ ਵਾਲੇ, ਭੱਜ ਜਾਣ ਵਾਲੇ। ਇਹ ਕੁਝ ਤੀਜੀ ਤਰ੍ਹਾਂ ਦਾ ਆਦਮੀ ਹੈ, ਨਾ ਤਾਂ ਉਹ ਭੱਜਦਾ ਨਾ ਉਹ ਲੜਦਾ, ਉਸ ਕੋਲ ਲੜਨ ਲਈ ਕੁਝ ਵੀ ਨਹੀਂ ਹੈ, ਲੇਕਿਨ ਉਹ ਭੈ ਭੀਤ ਵੀ ਨਹੀਂ ਹੁੰਦਾ। ਸਿਕੰਦਰ ਨੇ ਕਿਹਾ ਮੈਂ ਖੁਦ ਚੱਲਾਂਗਾ, ਤੇ ਸਿਕੰਦਰ ਨੇ ਉਹਨੂੰ ਕਿਹਾ ਅਸੀਂ ਤੈਨੂੰ ਸਵਾਗਤ ਦੇਵਾਂਗੇ, ਸਨਮਾਨ ਦੇਵਾਂਗੇ, ਸ਼ਾਹੀ ਵਿਵਸਥਾ ਦੇਵਾਂਗੇ, ਜੋ ਤੁਸੀਂ ਚਾਹੋਗੇ ਦੇਵਾਂਗੇ। ਉਸ ਫਕੀਰ ਨੇ ਕਿਹਾ ਤੁਸੀਂ ਕੁਝ ਨਹੀਂ ਦੇ ਸਕੋਗੇ ਕਿਉਂਕਿ ਅਸੀਂ ਕੁਝ ਚਾਹੁੰਦੇ ਹੀ ਨਹੀਂ ਹਾਂ। ਬਹੁਤ ਵਾਰ ਭਿਖਾਰੀ ਸਮਰਾਟਾਂ ਦੇ ਸਾਹਮਣੇ ਅਪਮਾਨਿਤ ਹੋਏ ਹਨ। ਬਹੁਤ ਵਾਰੀ ਭਿਖਾਰੀ ਸਮਰਾਟਾਂ ਦੇ ਸਾਹਮਣੇ ਅਪਮਾਨਿਤ ਹੋਏ ਕਿਉਂਕਿ ਭਿੱਖਿਆ ਦੇਣ ਤੋਂ ਸਮਰਾਟਾਂ ਨੇ ਇਨਕਾਰ ਕਰ ਦਿੱਤਾ। ਇਹ ਕਦੀ ਕਦੀ ਅਜਿਹੇ ਮੌਕੇ ਆਉਂਦੇ ਆ ਕਿ ਸਮਰਾਟ ਭਿਖਾਰੀਆਂ ਦੇ ਸਾਹਮਣੇ ਅਪਮਾਨਿਤ ਹੋ ਜਾਂਦੇ ਆ ਕਿਉਂਕਿ ਭਿਖਾਰੀ ਕੁਝ ਲੈਣ ਤੋਂ ਇਨਕਾਰ ਕਰ ਦਿੰਦੇ। ਉਸਨੇ ਕਿਹਾ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਕਿਉਂਕਿ ਸਾਨੂੰ ਕੁਝ ਚਾਹੀਦਾ ਹੀ ਨਹੀਂ। ਸਿਕੰਦਰ ਨੇ ਕਿਹਾ ਤਦ ਵੀ ਕੋਈ ਗੱਲ ਨਹੀਂ, ਚੱਲਣਾ ਤਾਂ ਪਏਗਾ ਹੀ, ਵਰਨਾ ਇਹ ਤਲਵਾਰ ਤੁਹਾਡੀ ਗਰਦਨ ਤੇ ਰੱਖਦਾ। ਉਸ ਫਕੀਰ ਨੇ ਕਿਹਾ ਰੱਖੋ। ਸਿਕੰਦਰ ਨੇ ਕਿਹਾ ਤੁਸੀਂ ਨਾ ਸਮਝੋ, ਧੌਣ ਕੱਟੀ ਜਾਏਗੀ, ਹੇਠਾਂ ਡਿੱਗ ਪੈਗੀ। ਉਸ ਸੰਨਿਆਸੀ ਨੇ ਕਿਹਾ ਅਸੀਂ ਸੰਨਿਆਸੀ ਉਸੇ ਦਿਨ ਹੋਏ ਜਿਸ ਦਿਨ ਅਸੀਂ ਦੇਖ ਲਿਆ ਕਿ ਗਰਦਨ ਕੱਟ ਜਾਏ ਤੇ ਹੇਠਾਂ ਡਿੱਗ ਜਾਏ, ਤਾਂ ਵੀ ਅਸੀਂ ਨਹੀਂ ਕੱਟਦੇ, ਵਰਨਾ ਅਸੀਂ ਸੰਨਿਆਸੀ ਨਾ ਹੁੰਦੇ। ਗਰਦਨ ਡਿੱਗੇਗੀ ਤਾਂ ਤੁਸੀਂ ਵੀ ਦੇਖੋਗੇ ਕਿ ਗਰਦਨ ਡਿੱਗ ਰਹੀ ਹੈ ਤੇ ਮੈਂ ਵੀ ਦੇਖਾਂਗਾ ਕਿ ਗਰਦਨ ਡਿੱਗ ਰਹੀ ਹੈ। ਹਾਲਾਂਕਿ ਤੁਸੀਂ ਮੈਨੂੰ ਨਾ ਦੇਖ ਸਕੋਗੇ, ਮੈਂ ਤੁਹਾਨੂੰ ਦੇਖਦਾ ਰਹਾਂਗਾ। ਸਿਕੰਦਰ ਨੇ ਆਪਣੇ ਇਤਿਹਾਸਕਾਰਾਂ ਨੂੰ ਕਿਹਾ ਕਿ ਲਿਖ ਲਈ ਜਾਏ ਇਹ ਗੱਲ, ਸੰਨਿਆਸੀ ਨਹੀਂ ਲਿਜਾਇਆ ਜਾ ਸਕਿਆ ਕਿਉਂਕਿ ਆਖਰੀ ਉਪਾਅ ਸੀ ਮੌਤ ਦਾ ਡਰ ਦਿੱਤਾ ਜਾਏ। ਜਨਮ ਤੇ ਮੌਤ ਸਾਡੀ ਜ਼ਿੰਦਗੀ ਦੇ ਕਿਨਾਰੇ ਹਨ, ਇਸ ਲਈ ਸਾਡੇ ਕੋਲ ਜ਼ਿੰਦਗੀ ਵਰਗੀ ਕੋਈ ਚੀਜ਼ ਨਹੀਂ ਹੈ, ਸਿਰਫ ਜ਼ਿੰਦਗੀ ਦਾ ਇੱਕ ਭਰਮ। ਅਜਿਹਾ ਲੱਗਦਾ ਹੈ ਕਿ ਜੀ ਰਹੇ ਹਾਂ, ਜਨਮ ਤੋਂ ਮੌਤ ਵੱਲ ਸਰਕ ਜਾਂਦੇ ਹਾਂ ਤੇ ਅਜਿਹਾ ਲੱਗਦਾ ਹੈ ਕਿ ਜੀ ਲਿਆ। ਇੱਕ ਪਲ ਵੀ ਜ਼ਿੰਦਗੀ ਦੀ ਕਿਰਨ ਨਹੀਂ ਫੁੱਟਦੀ,
ਇੱਕ ਪਲ ਵੀ ਜ਼ਿੰਦਗੀ ਦੇ ਫੁੱਲ ਨਹੀਂ ਖਿੜਦੇ, ਇੱਕ ਪਲ ਵੀ ਜ਼ਿੰਦਗੀ ਦਾ ਸੰਗੀਤ ਨਹੀਂ ਵੱਜਦਾ, ਇੱਕ ਪਲ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਆ, ਇਸ ਪਲ ਵੀ ਪਤਾ ਨਹੀਂ। ਅਸੀਂ ਸਾਰੇ ਇੱਥੇ ਜ਼ਿੰਦਾ ਹਾਂ, ਕੋਈ ਵੀ ਇੱਥੇ ਮਰਿਆ ਹੋਇਆ ਨਹੀਂ ਹੈ। ਅਸੀਂ ਸਭ ਜ਼ਿੰਦਾ, ਲੇਕਿਨ ਜ਼ਿੰਦਗੀ ਦਾ ਸਾਨੂੰ ਪਤਾ ਕੀ ਹੈ? ਤੇ ਜੇ ਸਾਨੂੰ ਪਤਾ ਹੈ ਤਾਂ ਬੁੱਧ ਤੇ ਮਹਾਵੀਰ ਪਾਗਲ ਸਨ, ਫਿਰ ਉਹ ਕਿਸ ਜ਼ਿੰਦਗੀ ਨੂੰ ਖੋਜ ਰਹੇ ਸਨ? ਤੇ ਜੇ ਸਾਨੂੰ ਪਤਾ ਤੇ ਫਿਰ ਉਹ ਕ੍ਰਿਸ਼ਨ ਤੇ ਕ੍ਰਾਈਸਟ ਇੱਕ ਕਿਸ ਜ਼ਿੰਦਗੀ ਨੂੰ ਖੋਜ ਰਹੇ ਸਨ? ਜਾਂ ਤਾਂ ਜਿਹਨੂੰ ਅਸੀਂ ਜ਼ਿੰਦਗੀ ਕਹਿੰਦੇ ਆ ਉਹ ਜ਼ਿੰਦਗੀ ਨਹੀਂ ਹੈ, ਤੇ ਜਾਂ ਫਿਰ ਇਹ ਕ੍ਰਿਸ਼ਨ, ਕ੍ਰਾਈਸਟ, ਬੁੱਧ, ਮਹਾਵੀਰ ਝੱਲੇ ਹਨ, ਪਾਗਲ ਹਨ, ਅਸੀਂ ਬੁੱਧੀਮਾਨ। ਅਸੀਂ ਆਪਣੇ ਆਪ ਨੂੰ ਬੁੱਧੀਮਾਨ ਵੀ ਨਹੀਂ ਕਹਿ ਸਕਦੇ, ਕਿਉਂਕਿ ਬੁੱਧੀਮਾਨ ਦਾ ਤਾਂ ਜੇ ਕੋਈ ਅੰਤਿਮ ਮਾਪਦੰਡ ਹੋ ਸਕਦਾ ਹੈ ਤਾਂ ਸਾਡੇ ਜੀਵਨ ਦਾ ਆਨੰਦ ਹੋ ਸਕਦਾ ਹੈ। ਜੋ ਬੁੱਧੀਮਾਨੀ ਆਨੰਦ ਤੱਕ ਨਾ ਲਿਆ ਸਕੇ ਉਹ ਹੋਰ ਕੀ ਲਿਆ ਸਕੇਗੀ? ਤਦ ਮੈਂ ਕਹਿਣਾ ਕਿ ਜੇ ਬੁੱਧ ਤੇ ਮਹਾਵੀਰ ਪਾਗਲ ਵੀ ਰਹੇ ਹੋਣ ਤਾਂ ਉਹਨਾਂ ਦਾ ਪਾਗਲਪਨ ਸਵੀਕਾਰ ਕਰ ਲੈਣ ਵਰਗਾ ਹੈ, ਕਿਉਂਕਿ ਉਹ ਅਸੀਮ ਆਨੰਦ ਨਾਲ ਤੇ ਜੀਵਨ ਦੇ ਭੈ ਨਾਲ ਭਰ ਜਾਂਦਾ ਹੈ। ਇਹ ਮੈਂ ਇਸ ਲਈ ਕਹਿ ਰਿਹਾ ਕਿ ਜਨਮ ਦਿਨ ਦੇ ਬਹਾਨੇ ਅਸੀਂ ਇੱਥੇ ਇਕੱਠੇ ਹੋਏ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਆਦਮੀ ਦੇ ਨਾਂ ਦੇ ਬਹਾਨੇ ਨਾਲ ਇਕੱਠੇ ਹੁੰਦੇ ਹਨ। ਇਸ ਨਾਲ ਬਹੁਤ ਫਰਕ ਨਹੀਂ ਪੈਂਦਾ ਕਿ A ਦਾ ਜਨਮ ਦਿਨ ਹੈ ਕਿ B ਦਾ ਜਨਮ ਦਿਨ ਹੈ ਕਿ C ਦਾ ਜਨਮ ਦਿਨ ਹੈ। ਅਸਲ 'ਚ ਜਨਮ ਦਿਨ ਨੂੰ ਅਸੀਂ ਉਤਸਵ ਕਿਉਂ ਬਣਾ ਲੈਂਦੇ ਹਾਂ? ਉਤਸਵ ਬਣਾ ਲੈਂਦੇ ਹਾਂ ਇਸ ਲਈ ਕਿ ਜੀਵਨ ਦਾ ਤਾਂ ਸਾਨੂੰ ਕੋਈ ਪਤਾ ਨਹੀਂ ਹੈ। ਜੇ ਜੀਵਨ ਦਾ ਸਾਨੂੰ ਪਤਾ ਹੋਵੇ ਤਾਂ ਪ੍ਰਤੀਫਲ ਸਾਡਾ ਉਤਸਵ ਹੋ ਜਾਏ, ਫੈਸਟੀਵਲ ਹੋ ਜਾਏ। ਜੀਵਨ ਦਾ ਕੋਈ ਪਤਾ ਨਹੀਂ, ਕਿਉਂਕਿ ਜੀਵਨ ਮਹਾ ਉਤਸਵ ਹੈ। ਜੇ ਜੀਵਨ ਦਾ ਸਾਨੂੰ ਪਤਾ ਹੋ ਜਾਏ ਤਾਂ ਮੈਂ ਸਮਝਦਾ ਕਿ ਜਨਮ ਦਾ ਉਤਸਵ ਫਿਰ ਅਸੀਂ ਨਾ ਮਨਾਈਏ, ਕਿਉਂਕਿ ਜਨਮ ਤਾਂ ਸਿਰਫ ਇੱਕ ਸ਼ੁਰੂਆਤ ਹੈ, ਤੇ ਜਿਸ ਜੀਵਨ 'ਚ ਅਸੀਂ ਜੀ ਰਹੇ ਹਾਂ ਜੇ ਉਹ ਆਨੰਦ ਨਹੀਂ ਹੈ ਤਾਂ ਉਸ ਜੀਵਨ ਦੀ ਸ਼ੁਰੂਆਤ ਕਿਵੇਂ ਆਨੰਦ ਹੋ ਸਕਦੀ ਹੈ? ਗੰਗੋਤਰੀ ਆਨੰਦ ਹੋ ਸਕਦੀ ਹੈ, ਕਾਸ਼ੀ ਦੇ ਘਾਟ ਤੇ ਵਹਿੰਦੀ ਗੰਗਾ 'ਚ ਕੋਈ ਆਨੰਦ ਨਹੀਂ ਹੈ। ਕਾਸ਼ੀ ਦੀ ਗੰਗਾ ਜੇ ਆਨੰਦਿਤ ਨਹੀਂ ਹੈ ਤਾਂ ਗੰਗੋਤਰੀ ਤੇ ਕਿਹੜਾ ਆਨੰਦ ਹੋਏਗਾ? ਇਹੋ ਗੰਗਾ ਹੋਰ ਸੁੰਗੜ ਕੇ ਹੋਰ ਛੋਟੀ ਹੋ ਕੇ। ਜਿਸ ਨੂੰ ਅਸੀਂ ਜਨਮ ਕਹਿੰਦੇ ਆ ਉਹ ਕੀ ਹੈ? ਉਹ ਸਾਡਾ ਇਹੋ ਜੀਵਨ ਹੈ, ਬਿਲਕੁਲ ਮੁੱਢਲਾ। ਇਸ ਜੀਵਨ 'ਚ ਜਦ ਕਿ ਗੰਗਾ ਪੂਰੀ ਫੈਲ ਗਈ ਹੈ, ਕੋਈ ਆਨੰਦ ਨਹੀਂ ਹੈ, ਤਾਂ ਜਨਮ ਵਿੱਚ ਕੀ ਆਨੰਦ ਹੋ ਸਕਦਾ ਹੈ? ਸਿਰਫ ਜਨਮ ਲੈ ਲੈਣਾ ਕੋਈ ਆਨੰਦ ਹੋ ਸਕਦਾ ਨਹੀਂ। ਲੇਕਿਨ ਅਸੀਂ ਝੂਠਾ ਪਾਉਣ 'ਚ ਮਾਹਰ ਹਾਂ। ਜੀਵਨ 'ਚ ਦੁੱਖ ਹੈ, ਅਸੀਂ ਝੂਠੇ ਸੁੱਖ ਕਲਪਿਤ ਕਰਦੇ ਹਾਂ। ਜੀਵਨ 'ਚ ਬੜਾ ਸੁੱਖ ਹੈ, ਜਨਮ ਦਿਨ ਬੜਾ ਸੁੱਖ ਹੈ। ਜੇ ਅਸੀਂ ਕਹੀਏ ਜੀਵਨ 'ਚ ਬੜਾ ਸੁੱਖ ਹੈ ਤਾਂ ਸਾਡੀਆਂ ਅੱਖਾਂ ਕਹਿ ਦੇਣਗੀਆਂ ਕਿ ਕਿੱਥੇ ਹੈ। ਜੇ ਅਸੀਂ ਕਹੀਏ ਜੀਵਨ 'ਚ ਬੜਾ ਆਨੰਦ ਹੈ ਤਾਂ ਸਾਡੇ ਪੈਰ ਦੱਸ ਦੇਣਗੇ ਕਿ ਨ੍ਰਿਤ ਕਿੱਥੇ ਹੈ। ਜੇ ਅਸੀਂ ਕਹੀਏ ਜੀਵਨ ਹੀ ਖੁਸ਼ੀ ਹੈ ਤਾਂ ਸਾਡੇ ਹਿਰਦੇ ਦੀਆਂ ਧੜਕਣਾਂ ਕਹਿ ਦੇਣਗੀਆਂ ਕਿੱਥੇ ਹੈ। ਤਾਂ ਅਸੀਂ ਕਹਿੰਦੇ ਹਾਂ ਨਹੀਂ, ਜਨਮ ਬੜਾ ਖੁਸ਼ੀ ਦਾ ਦਿਨ ਹੈ। ਹੁਣ ਕੋਈ ਜਨਮ ਤਾਂ ਅੱਜ ਨਹੀਂ ਹੈ, ਕਦੀ ਸੀ, ਉਹਨੂੰ ਫੜਿਆ ਵੀ ਨਹੀਂ ਜਾ ਸਕਦਾ, ਜਾਂਚਿਆ ਵੀ ਨਹੀਂ ਜਾ ਸਕਦਾ, ਪਛਾਣਿਆ ਵੀ ਨਹੀਂ ਜਾ ਸਕਦਾ। ਫਿਰ ਅਸੀਂ ਸਾਰੇ ਇੱਕ ਦੂਜੇ ਨੂੰ ਧੋਖਾ ਦੇਣ 'ਚ ਵੀ ਸਹਿਯੋਗੀ ਹੁੰਦੇ ਹਾਂ। ਇਹ ਜੋ ਸਾਡੀ ਦੁਨੀਆ ਹੈ ਝੂਠ ਦੀ, ਇਹ ਬਹੁਤ ਮਿਊਚੁਅਲ ਅੰਡਰਸਟੈਂਡਿੰਗ ਤੇ ਜਾਂ ਮਿਊਚੁਅਲ ਮਿਸਅੰਡਰਸਟੈਂਡਿੰਗ ਤੇ ਖੜੀ ਹੋਈ ਹੈ। ਇਸ 'ਚ ਅਸੀਂ ਇੱਕ ਦੂਜੇ ਨੂੰ ਸਹਾਰਾ ਦਿੰਦੇ ਹਾਂ। ਇਸ 'ਚ ਅਸੀਂ ਸਭ ਇੱਕ ਦੂਜੇ ਦੇ ਜਨਮ ਉੱਤੇ ਇਕੱਠੇ ਹੋ ਕੇ ਉਤਸਵ ਮਨਾ ਰਹੇ ਹਾਂ। ਫਿਰ ਉਹੀ ਲੋਕ ਸਾਡੇ ਜਨਮ ਦੇ ਉਤਸਵ ਤੇ ਵੀ ਆ ਜਾਣਗੇ। ਅਸੀਂ ਉਹਨਾਂ ਨੂੰ ਧੋਖਾ ਦਿੱਤਾ, ਉਹ ਸਾਨੂੰ ਧੋਖਾ ਦੇ ਜਾਣਗੇ, ਤੇ ਇੰਜ ਅਸੀਂ ਜਿਉਂਦੇ ਹਾਂ। ਇੱਧਰ ਜਨਮ ਦੀ ਖੁਸ਼ੀ ਹੋ ਜਾਂਦੀ ਹੈ ਤਾਂ ਮੌਤ ਦਾ ਦੁੱਖ ਹੋ ਜਾਂਦਾ ਹੈ। ਉਹ ਇਸੇ ਦੀ ਕੋਰੋਲਰੀ ਹੈ, ਉਹ ਇਸੇ ਤਰਕ ਦਾ ਦੂਜਾ ਹਿੱਸਾ ਹੈ। ਜਿਹਦੀ ਦੁਨੀਆ ਵਿੱਚ ਵੀ ਜਨਮ ਸੁੱਖ ਹੈ, ਉਹਦੀ ਦੁਨੀਆ ਵਿੱਚ ਮੌਤ ਦੁੱਖ ਹੋਏਗੀ। ਤੇ ਧਿਆਨ ਰੱਖੋ, ਜਨਮ ਤਾਂ ਹੋ ਚੁੱਕਿਆ, ਮੌਤ ਹੋਣ ਨੂੰ ਹੈ। ਇਸ ਲਈ ਜਨਮ ਦੀ ਖੁਸ਼ੀ ਤਾਂ ਨਾ ਕੁਝ ਹੈ, ਮੌਤ ਦੀ ਦੁੱਖ ਭਾਰੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਮੌਤ ਦੇ ਦੁੱਖ ਨੂੰ ਭੁਲਾਉਣ ਲਈ ਜਨਮ ਦੇ ਉਤਸਵ ਮਨਾਈ ਚਲੇ ਜਾਂਦੇ ਹਾਂ। ਅਜਿਹੇ ਸਾਰੇ ਜਨਮ ਦਿਨ ਜਨਮ ਦੀ ਘੱਟ ਯਾਦ ਦਿਵਾਉਂਦੇ ਆ, ਆਉਣ ਵਾਲੀ ਮੌਤ ਦੀ ਜ਼ਿਆਦਾ। ਲੇਕਿਨ ਅਸੀਂ ਪਿੱਛੇ ਵੱਲ ਦੇਖਦੇ ਹਾਂ, ਅਸੀਂ ਅੱਗੇ ਵੱਲ ਨਹੀਂ ਦੇਖਦੇ। ਹਰ ਜਨਮ ਦਿਨ ਦਾ ਮਤਲਬ ਸਿਰਫ ਇਹ ਹੈ ਕਿ 1 ਸਾਲ ਹੋਰ ਆਦਮੀ ਮਰਿਆ, 1 ਸਾਲ ਮਰਨ ਦਾ ਹੋਰ ਪੂਰਾ ਹੋਇਆ। ਜ਼ਿੰਦਗੀ ਵਿੱਚੋਂ 1 ਸਾਲ ਹੋਰ ਮੰਫੀ ਹੋਇਆ ਤੇ ਖਤਮ ਹੋ ਚੁੱਕਾ ਹੈ। ਲੇਕਿਨ ਅਸੀਂ ਪਿੱਛੇ ਦੇਖਦੇ ਹਾਂ ਤੇ ਪਿੱਛੇ ਦੇਖ ਕੇ ਅਸੀਂ ਅੱਗੇ ਦੇਖਣ ਤੋਂ ਬਚ ਤਾਂ ਨਹੀਂ ਰਹੇ ਹਾਂ। ਇਹ ਕੋਈ ਸ਼ੁਤਰਮੁਰਗ ਦਾ ਉਪਾਅ ਤਾਂ ਹੈ ਨਹੀਂ ਕਿ ਰੇਤ 'ਚ ਸਿਰ ਖਬੋ ਕੇ ਖੜੇ ਹੋ ਜਾਓ ਤਾਂ ਕਿ ਅੱਗੇ ਦਿਖਾਈ ਨਾ ਦੇ। ਪਰ ਅਸੀਂ ਜਨਮਾਂ ਦੀਆਂ ਕਿੰਨੀਆਂ ਹੀ ਗੱਲਾਂ ਕਰੀਏ, ਮੌਤ ਚਲੀ ਆਉਂਦੀ ਹੈ। ਹਰ ਜਨਮ ਉੱਪਰ ਪੈਰ ਰੱਖ ਕੇ ਮੌਤ ਚਲੀ ਆਉਂਦੀ ਹੈ। ਹਰ ਜਨਮ ਨੂੰ ਪੌੜੀ ਬਣਾ ਕੇ ਮੌਤ ਚਲੀ ਆਉਂਦੀ ਹੈ। ਹਰ ਜਨਮ ਦੇ ਪਿੱਛੇ ਮੌਤ ਦਾ ਪਰਛਾਵਾਂ ਖੜਾ ਹੈ। ਇਸ ਲਈ ਜੋ ਜਨਮ 'ਚ ਖੁਸ਼ ਹੈ ਉਹ ਧਿਆਨ ਰੱਖੇ, ਉਹ ਮੌਤ 'ਚ ਦੁਖੀ ਹੋਏਗਾ। ਅਸਲ 'ਚ ਮੌਤ ਦੇ ਦੁੱਖ ਨੂੰ ਭੁਲਾਉਣ ਲਈ ਜਨਮ ਦੀ ਖੁਸ਼ੀ ਮਨਾਈ ਚਲਾ ਜਾ ਰਿਹਾ। ਇਹ ਸਵੈ ਧੋਖਾ ਹੈ।
ਲੇਕਿਨ ਇਹ ਜੀਵਨ ਇੰਨਾ ਦੁਖੀ ਹੈ ਕਿ ਇਸ 'ਚ ਅਸੀਂ ਕਿਤੇ ਕੋਈ ਓਏਸਿਸ, ਇਸ ਮਾਰੂਥਲ 'ਚ ਕਿਤੇ ਕੋਈ ਨਖਲਿਸਤਾਨ ਖੋਜ ਲੈਣਾ ਚਾਹੁੰਦੇ ਹਾਂ। ਝੂਠ ਹੀ ਸਹੀ, ਸੁਪਨਾ ਹੀ ਸਹੀ, ਕਿਤੇ ਤਾਂ ਅਸੀਂ ਆਪਣੇ ਸੁੱਖ, ਕਿਤੇ ਆਪਣੀ ਖੁਸ਼ੀ ਨੂੰ ਅਟਕਾ ਲਈਏ। ਪਰ ਅਟਕਾਈਆਂ ਹੋਈਆਂ ਖੁਸ਼ੀਆਂ ਕੰਮ ਨਹੀਂ ਆਉਂਦੀਆਂ। ਇਸ ਲਈ ਮੈਂ ਉਚਿਤ ਸਮਝਿਆ ਕਿ ਤੁਹਾਨੂੰ ਕਹਾਂ ਕਿ ਜਦੋਂ ਤੱਕ ਜੀਵਨ ਦਾ ਪਤਾ ਨਾ ਚੱਲ ਜਾਏ, ਤੇ ਜੀਵਨ ਦਾ ਪਤਾ ਚੱਲ ਸਕਦਾ ਹੈ, ਕਿਉਂਕਿ ਜੀਵਤ ਅਸੀਂ ਹਾਂ। ਜੇ ਕੁਝ ਵੀ ਸਾਡੇ ਅੱਤ ਨੇੜੇ ਹੈ ਤਾਂ ਉਹ ਜੀਵਨ ਹੈ। ਜੇ ਕੁਝ ਵੀ ਇਸ ਵਕਤ ਬੋਲ ਰਿਹਾ ਹੈ, ਸੁਣ ਰਿਹਾ, ਉਹ ਜੀਵਨ ਹੈ। ਅੰਦਰ ਸਾਹ ਆ ਰਿਹਾ ਹੈ, ਬਾਹਰ ਜਾ ਰਿਹਾ ਹੈ, ਉਹ ਜੀਵਨ ਹੈ। ਜੀਵਨ ਨਿਕਟਤਮ ਹੈ, ਅਸੀਂ ਜੀਵਨ ਹਾਂ। ਲੇਕਿਨ ਉਸ ਨਾਲ ਸਾਡੀ ਜਾਣ ਪਛਾਣ ਨਹੀਂ, ਤੇ ਅਸੀਂ ਪਤਾ ਨਹੀਂ ਕਿਹਨਾਂ ਗੱਲਾਂ 'ਚ ਇਸ ਮੌਕੇ ਨੂੰ ਗਵਾਉਂਦੇ ਚਲੇ ਜਾਂਦੇ ਹਾਂ। ਇਸ ਜਾਣੂ ਹੋਣ ਦੇ ਮੌਕੇ ਨੂੰ ਗਵਾਉਂਦੇ ਚਲੇ ਜਾਂਦੇ ਹਾਂ। ਪਿੱਛੇ ਪਰਤ ਕੇ ਦੇਖਣ ਦਾ ਕੋਈ ਮਕਸਦ ਨਹੀਂ, ਜਨਮ ਦੇ ਦਿਨ ਤੋਂ ਕੁਝ ਅਰਥ ਨਹੀਂ। ਲੇਕਿਨ ਮਨ ਦੀ ਇੱਕ ਤਰਕੀਬ ਹੈ ਕਿ ਜੋ ਮੌਜੂਦ ਹੈ ਉਹਨੂੰ ਭੁੱਲਦੇ ਚਲੇ ਜਾਓ, ਤੇ ਜੋ ਮੌਜੂਦ ਨਹੀਂ ਉਹਨੂੰ ਸੋਚਦੇ ਚਲੇ ਜਾਓ। ਇਸ ਲਈ ਜੇ ਮੈਂ ਕਿਹਾ ਕਿ ਅਸੀਂ ਸਾਰੇ ਜਨਮੇ ਹਾਂ, ਲੇਕਿਨ ਸਾਨੂੰ ਜਨਮ ਦਾ ਪਤਾ ਕਿਉਂ ਨਹੀਂ? ਹੋ ਸਕਦਾ ਹੈ, ਮੈਂ ਕਹਿਣਾ ਹੋ ਸਕਦਾ ਤੁਹਾਡੀ ਤਰਫੋਂ ਕਹਿਣਾ ਕਿ ਅਜਿਹਾ ਹੈ। ਅਸਲ 'ਚ ਜਦੋਂ ਤੁਸੀਂ ਜਨਮ ਲੈ ਰਹੇ ਹੁੰਦੇ ਹੋ ਤਦ ਪਿਛਲੀ ਮੌਤ ਦੀ ਯਾਦ ਤੁਹਾਡੇ ਮਨ ਉੱਤੇ ਡੂੰਘੀ ਹੁੰਦੀ ਹੈ। ਭੁੱਲ ਜਾਂਦੇ ਹੋ ਮੌਕਾ। ਪਿਛਲੀ ਮੌਤ ਇਸ ਜਨਮ ਤੋਂ ਪਹਿਲਾਂ ਜਿੱਥੇ ਤੁਸੀਂ ਮਰੇ ਹੋ ਹੁਣੇ, ਉਹ ਇੰਨੀ ਡੂੰਘੀ ਹੁੰਦੀ ਹੈ ਕਿ ਮਨ ਉੱਥੇ ਅਟਕਿਆ ਰਹਿੰਦਾ ਹੈ, ਤੇ ਜਨਮ ਦਾ ਪਤਾ ਤੁਸੀਂ ਦੇਖਣ ਤੋਂ ਖੁੰਝ ਜਾਂਦੇ ਹੋ। ਉਹਦਾ ਵੀ ਕਾਰਨ ਇਹ ਹੈ, ਜੋ ਕਾਰਨ ਹੁਣ ਜੀਵਨ ਦੇਖਣ ਤੋਂ ਉੱਕ ਰਹੇ ਹਾਂ ਕਿਉਂਕਿ ਮਨ ਪਿੱਛੇ ਅਟਕਿਆ ਹੈ। ਫਿਰ ਮੌਤ ਆ ਜਾਏਗੀ, ਮੌਤ ਵੀ ਦੇਖਣ ਤੋਂ ਉੱਕ ਜਾਵਾਂਗੇ ਕਿਉਂਕਿ ਮਨ ਫਿਰ ਪਿੱਛੇ ਅਟਕਿਆ ਹੋਏਗਾ। ਬਾਜ਼ਾਰ 'ਚ ਹੋਏਗਾ, ਦੁਕਾਨ 'ਚ ਹੋਏਗਾ, ਮਕਾਨ 'ਚ, ਮਿੱਤਰਾਂ 'ਚ, ਸੱਜਣਾ 'ਚ, ਦੁਸ਼ਮਣਾਂ 'ਚ, ਕਿਤੇ ਹੋਰ ਹੋਏਗਾ, ਜ਼ਿੰਦਗੀ 'ਚ ਹੋਏਗਾ। ਹੁਣ ਇਹ ਬੜੇ ਮਜ਼ੇ ਦੀ ਗੱਲ ਹੈ ਕਿ ਜੋ ਆਦਮੀ ਜ਼ਿੰਦਗੀ ਭਰ ਜੀ ਰਿਹਾ ਸੀ, ਉਹ ਜ਼ਿੰਦਗੀ ਨੂੰ ਕਦੇ ਨਾ ਜਾਣਿਆ। ਜਦੋਂ ਮਰਨ ਲੱਗਦਾ ਤਦ ਉਹਦਾ ਮਨ ਜ਼ਿੰਦਗੀ 'ਚ ਹੈ, ਤਦ ਮੌਤ ਸਾਹਮਣੇ ਆ ਰਹੀ ਹੈ, ਉਸ ਤੋਂ ਉੱਕਦਾ ਜਾ ਰਿਹਾ ਹੈ। ਜੇ ਉਹ ਮੌਤ ਨੂੰ ਜਾਣ ਲਵੇ, ਜੇ ਉਹ ਜਨਮ ਨੂੰ ਜਾਣ ਲਵੇ, ਜੇ ਉਹ ਜੀਵਨ ਨੂੰ ਜਾਣ ਲਵੇ, ਤਾਂ ਇੱਕ ਗੱਲ ਪੱਕੇ ਤੌਰ ਤੇ ਪਤਾ ਲੱਗ ਜਾਂਦੀ ਹੈ ਕਿ ਜੋ ਵੀ ਸਾਡੇ ਅੰਦਰ ਹੈ ਉਹਦਾ ਨਾ ਕੋਈ ਜਨਮ ਹੈ, ਨਾ ਕੋਈ ਮੌਤ ਹੈ। ਲੇਕਿਨ ਉਹਦਾ ਇਹ ਮਤਲਬ ਨਾ ਸਮਝ ਲੈਣਾ, ਕਿਉਂਕਿ ਮੈਂ ਸਦਾ ਡਰਦਾ ਜਦੋਂ ਮੈਂ ਕਹਿੰਦਾ ਉਹਦਾ ਕੋਈ ਜਨਮ ਨਹੀਂ, ਉਹਦੀ ਕੋਈ ਮੌਤ ਨਹੀਂ, ਤਾਂ ਤੁਹਾਡੇ ਵੱਲ ਦੇਖਦਾ ਤਾਂ ਮੈਂ ਡਰ ਜਾਂਦਾ, ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਜਨਮ ਨਹੀਂ, ਤੁਹਾਡੀ ਕੋਈ ਮੌਤ ਨਹੀਂ। ਇਹ ਮੈਂ ਨਹੀਂ ਕਹਿ ਰਿਹਾ, ਤੁਸੀਂ ਤਾਂ ਮਰੋਗੇ ਹੀ। ਮੈਂ ਜੋ ਇੱਥੇ ਦਿਖਾਈ ਦੇ ਰਿਹਾ ਉਹ ਤਾਂ ਮਰੇਗਾ ਹੀ। ਇਸ ਲਈ ਜਦੋਂ ਮੈਂ ਕਹਿੰਦਾ ਕਿ ਇਹਦਾ ਕੋਈ ਜਨਮ ਨਹੀਂ, ਇਹਦੀ ਕੋਈ ਮੌਤ ਨਹੀਂ, ਤਾਂ ਤੁਹਾਡੀ ਗੱਲ ਨਹੀਂ ਕਰ ਰਿਹਾ। ਤੁਹਾਡੇ ਅੰਦਰ ਕੋਈ ਹੈ, ਉਹਦੀ ਗੱਲ ਕਰ ਰਿਹਾ, ਜਿਹਦਾ ਤੁਹਾਨੂੰ ਵੀ ਕੋਈ ਪਤਾ ਨਹੀਂ। ਇਸ ਲਈ ਸਾਨੂੰ ਬੜਾ ਭਰੋਸਾ ਹੋ ਜਾਂਦਾ ਹੈ ਇਹ ਸੁਣ ਕੇ ਕਿ ਨਹੀਂ, ਕੋਈ ਮੌਤ ਨਹੀਂ, ਕੋਈ ਜਨਮ ਨਹੀਂ, ਤਾਂ ਅਸੀਂ ਸੋਚਦੇ ਹਾਂ ਕਿ ਠੀਕ ਹੈ, ਬਚਾਂਗੇ। ਤੁਸੀਂ ਨਹੀਂ ਬਚੋਗੇ, ਤੁਹਾਡੇ ਬਚਣ ਦਾ ਕੋਈ ਉਪਾਅ ਹੀ ਨਹੀਂ ਹੈ। ਤੁਸੀਂ ਤਾਂ ਜਾਓਗੇ, ਤੁਸੀਂ ਤਾਂ ਜਾ ਹੀ ਰਹੇ ਹੋ। ਇਹ ਵੀ ਕਹਿਣਾ ਗਲਤ ਹੈ ਕਿ ਜਾਓਗੇ, ਇਹ ਸਾਡੀ ਭਾਸ਼ਾ ਦੀਆਂ ਭੁੱਲਾਂ ਹਨ। ਇਸ ਲਈ ਅਸੀਂ ਅਜਿਹਾ ਸ਼ਬਦ ਵਰਤਦੇ ਹਾਂ, ਜਾ ਹੀ ਰਹੇ ਹਾਂ, ਜਾਵਾਂਗੇ। ਇਸ ਵਿੱਚ ਤਾਂ ਅਜਿਹਾ ਲੱਗਦਾ ਹੈ ਕਿ ਕਦੀ ਭਵਿੱਖ 'ਚ ਕੋਈ ਘਟਨਾ ਵਾਪਰਨ ਵਾਲੀ ਹੈ। ਨਹੀਂ, ਇਹ ਠੀਕ ਅਜਿਹਾ ਹੀ ਹੈ। ਜਿਵੇਂ ਅਸੀਂ ਕਹਿੰਦੇ ਹਾਂ ਨਦੀ ਹੈ, ਕਹਿਣਾ ਨਹੀਂ ਚਾਹੀਦਾ ਨਦੀ ਹੈ, ਕਹਿਣਾ ਚਾਹੀਦਾ ਨਦੀ ਹੋ ਰਹੀ ਹੈ, ਕਿਉਂਕਿ ਨਦੀ ਪ੍ਰਤੀਫਲ ਹੋਈ ਚਲੀ ਜਾ ਰਹੀ ਹੈ ਦੀ ਹਾਲਤ 'ਚ ਨਦੀ ਕਦੀ ਹੁੰਦੀ ਹੀ ਨਹੀਂ। ਇਸ ਦੀ ਹਾਲਤ ਵਿੱਚ ਦੁਨੀਆ 'ਚ ਕੋਈ ਚੀਜ਼ ਕਦੀ ਨਹੀਂ ਹੁੰਦੀ, ਸਾਰੀਆਂ ਚੀਜ਼ਾਂ ਵਹਿ ਰਹੀਆਂ ਹਨ। ਅਸੀਂ ਕਹਿੰਦੇ ਹਾਂ ਫਲਾਣਾ ਆਦਮੀ ਜਵਾਨ ਹੈ ਨਹੀਂ, ਕਹਿਣਾ ਚਾਹੀਦਾ ਜਵਾਨ ਹੋ ਰਿਹਾ ਹੈ ਜਾਂ ਬੁੱਢਾ ਹੋ ਰਿਹਾ ਹੈ, ਕੁਝ ਹੋ ਰਿਹਾ ਹੋਏਗਾ। ਹੈ ਦੀ ਹਾਲਤ ਵਿੱਚ ਕੁਝ ਠਹਿਰਦਾ ਨਹੀਂ ਹੈ। ਇਸ ਲਈ ਜਦੋਂ ਮੈਂ ਕਹਿੰਦਾ ਕਿ ਤੁਸੀਂ ਤਾਂ ਜਾ ਹੀ ਰਹੇ ਹੋ, ਤਾਂ ਕਾਰਨ ਸਿਰਫ ਇੰਨਾ ਕਿ ਤੁਸੀਂ ਪ੍ਰਫੁੱਲਤ ਨਾ ਹੋ ਇਸ ਗੱਲ ਨੂੰ ਜਾਣ ਕੇ ਕਿ ਨਹੀਂ, ਮਰਨਾ ਨਹੀਂ ਹੈ। ਧਾਰਮਿਕ ਲੋਕ ਬਹੁਤ ਦਿਨਾਂ ਤੋਂ ਬਹੁਤ ਪ੍ਰਫੁੱਲਤ ਹਨ ਇਸ ਗੱਲ ਨੂੰ ਜਾਣ ਕੇ ਕਿ ਮਰਨਾ ਨਹੀਂ ਹੈ। ਇਸ ਲਈ ਅਜਿਹਾ ਨਹੀਂ ਹੈ ਕਿ ਕੁਝ ਉਹਨਾਂ ਨੂੰ ਪਤਾ ਲੱਗ ਗਿਆ। ਇਸ ਨਾਲ ਕੁੱਲ ਇੰਨਾ ਹੀ ਹੈ ਕਿ ਉਹ ਸੋਚਦੇ ਹੈ ਕਿ ਜਦੋਂ ਮਰਨਾ ਹੀ ਨਹੀਂ ਹੈ ਤਾਂ ਫਿਰ ਠੀਕ ਹੈ, ਜਿਵੇਂ ਜੀ ਰਹੇ ਹੋ ਉਵੇਂ ਜੀਵੀ ਚਲੇ ਜਾਣਾ। ਤੁਸੀਂ ਤਾਂ ਜਾਓਗੇ, ਮੈਂ ਜਾਵਾਂਗਾ। ਮੈਂ ਤੇ ਤੂੰ ਦੇ ਨਾਲ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਉਹ ਤਾਂ ਪਾਣੀ ਉੱਪਰ ਖਿੱਚੀਆਂ ਗਈਆਂ ਰੇਖਾਵਾਂ ਨਾਲ ਮਿਟ ਜਾਣਗੇ। ਇੱਧਰ ਇੰਚ ਵੀ ਨਹੀਂ ਹਾਸਲ ਕਰਦੇ ਤੇ ਮਿਟਣਾ ਸ਼ੁਰੂ ਹੋ ਜਾਂਦੇ ਹਾਂ, ਲੇਕਿਨ ਫਿਰ ਵੀ ਪਿੱਛੇ ਕੁਛ ਹੈ ਜੋ ਬਚ ਰਹਿੰਦਾ ਹੈ। ਉਹ ਦ ਰਿਮੇਨਿੰਗ, ਉਹ ਜੋ ਪਿੱਛੇ ਬਾਕੀ ਰਹਿ ਜਾਂਦਾ ਹੈ, ਉਹਦੀ ਖੋਜ ਹੀ ਧਰਮ ਹੈ, ਉਹਦੀ ਖੋਜ ਹੀ ਸੱਚ ਹੈ, ਉਹਦੀ ਖੋਜ ਹੀ ਮਨੁੱਖ ਨੂੰ ਆਤਮਵਾਨ ਬਣਾਉਂਦੀ ਹੈ। ਉਹਨੂੰ ਪਹਿਲੀ ਵਾਰੀ ਪਤਾ ਲੱਗਦਾ ਹੈ ਕਿ ਕੁਝ ਹੋਰ ਹੈ ਜੋ ਨਹੀਂ ਬਦਲਦਾ। ਜਿਸ ਦਿਨ ਉਸ ਨਾ ਬਦਲਣ ਵਾਲੇ ਉੱਪਰ ਸਾਡੇ ਪੈਰ ਪੈ ਜਾਂਦੇ ਆ, ਉਸੇ ਦਿਨ ਅਸੀਂ ਕਿਸੇ ਚੱਟਾਨ ਉੱਪਰ ਖੜੇ ਹੁੰਦੇ ਹਾਂ। ਉਸ ਤੋਂ ਪਹਿਲਾਂ ਸਭ ਰੇਤ ਹੈ। ਅਸੀਂ ਅੱਖ ਕਿੰਨੀ ਬੰਦ ਕਰੀਏ, ਆਪਣੇ ਆਪ ਨੂੰ ਸਮਝਾਈਏ ਕਿੰਨਾ
ਉਸ ਨਾਲ ਬਹੁਤਾ ਫਰਕ ਨਹੀਂ ਪੈਂਦਾ, ਉਹ ਸਭ ਰੇਤ ਦੀ ਤਰ੍ਹਾਂ ਖਿਸਕਦਾ ਚਲਾ ਜਾਂਦਾ ਹੈ। ਲੇਕਿਨ ਯਾਦ ਹੀ ਨਹੀਂ ਆਉਂਦਾ, ਯਾਦ ਹੀ ਨਹੀਂ ਆਉਂਦਾ। ਜੁੰਗ ਨੇ ਕਿਤੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਆਦਮੀ ਮੌਤ ਤੋਂ ਇੰਨਾ ਘਬਰਾ ਗਿਆ ਹੈ ਕਿ ਉਹਨੇ ਮੌਤ ਨੂੰ ਆਪਣੇ ਚੇਤਨ ਮਨ ਚੋਂ ਬਾਹਰ ਕਰ ਦਿੱਤਾ ਹੈ। ਉਹ ਉਹਦੀ ਗੱਲ ਹੀ ਨਹੀਂ ਕਰਦਾ, ਉਹਦਾ ਚਿੰਤਨ ਨਹੀਂ ਕਰਦਾ, ਉਹਨੂੰ ਸੋਚਦਾ ਨਹੀਂ, ਉਹਨੂੰ ਖਿਆਲ 'ਚ ਨਹੀਂ ਲਿਆਉਂਦਾ, ਕਿਉਂਕਿ ਉਹਦੇ ਸਾਰੇ ਹੱਥ ਪੈਰ ਕੰਬ ਜਾਣਗੇ। ਉਹ ਹੁਣੇ ਇੱਥੇ ਖੜਾ ਖੜਾ ਡਿੱਗ ਪਏਗਾ, ਉਹਦੇ ਅੰਦਰ ਕੋਈ ਚੀਜ਼ ਕੰਬਣ ਲੱਗੇਗੀ, ਡੋਲਣ ਲੱਗੇਗੀ, ਉਹਦਾ ਸਾਰਾ ਭਰੋਸਾ ਮੁੱਕ ਜਾਏਗਾ। ਉਹਦੀਆਂ ਸਾਰੀਆਂ ਪੱਕੀਆਂ ਮੰਜ਼ਲਾਂ ਸਭ ਇੱਕਦਮ ਤਾਸ਼ ਦੇ ਪੱਤੇ ਹੋ ਜਾਣਗੀਆਂ, ਜ਼ਰਾ ਕੁ ਹਵਾ ਦੇ ਬੁੱਲੇ ਤੇ ਸਭ ਢਹਿਣ ਲੱਗੇਗਾ। ਇਹ ਡਰ ਸ਼ਾਇਦ ਇਸੇ ਕਾਰਨ ਅਸੀਂ ਮੌਤ ਨੂੰ ਬਾਹਰ ਰੱਖਦੇ ਹਾਂ ਤੇ ਜਨਮ ਨੂੰ ਅੰਦਰ ਰੱਖਦੇ ਹਾਂ। ਜਨਮ ਸਾਡੇ ਚਿੱਤ 'ਚ ਬੜਾ ਡੂੰਘਾ ਹੋ ਕੇ ਬੈਠਾ ਰਹਿੰਦਾ ਹੈ। ਜਨਮ ਹੈ ਮਿੱਤਰ ਦਾ, ਅਸੀਂ ਫੁੱਲ ਭੇਟ ਕਰਦੇ ਹਾਂ, ਸਨਮਾਨ ਕਰਦੇ ਹਾਂ, ਸਭ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਕੋਈ ਸਨਮਾਨ ਕੰਮ ਨਹੀਂ ਕਰੇਗਾ, ਕੋਈ ਫੁੱਲ ਕੰਮ ਨਹੀਂ ਕਰਨਗੇ, ਕੋਈ ਸ਼ੁਭ ਕਾਮਨਾਵਾਂ ਕੰਮ ਨਹੀਂ ਕਰਨਗੀਆਂ। ਨਹੀਂ, ਇਹ ਨਹੀਂ ਕਹਿ ਰਿਹਾ ਕਿ ਅਜਿਹਾ ਨਾ ਕਰੋ। ਜ਼ਿੰਦਗੀ ਤੁਹਾਡੀਆਂ ਸ਼ੁਭ ਕਾਮਨਾਵਾਂ ਤੋਂ ਬਿਨਾਂ ਹੀ ਕਾਫੀ ਬੁਰੀ ਹੈ। ਉਹਨਾਂ ਨੂੰ ਹੋਰ ਘਟਾ ਦਈਏ ਤਾਂ ਕੁਝ ਚੰਗਾ ਨਹੀਂ ਹੋਏਗਾ। ਇਹ ਨਹੀਂ ਕਹਿ ਰਿਹਾ, ਇਹ ਵੀ ਨਹੀਂ ਕਹਿ ਰਿਹਾ ਕਿ ਫੁੱਲ ਨਾ ਭੇਜੋ ਕਿਸੇ ਦੇ ਜਨਮ ਦਿਨ ਉੱਤੇ। ਫੁੱਲ ਦੇ ਇਲਾਵਾ ਭੇਜਣ ਨੂੰ ਹੋਰ ਹੋ ਵੀ ਕੀ ਸਕਦਾ ਹੈ। ਅਜਿਹੇ ਫੁੱਲ ਹਨ, ਬੜਾ ਸੁੰਦਰ ਪ੍ਰਤੀਕ ਹੈ। ਉਹ ਖਬਰ ਲੈ ਜਾਂਦਾ ਹੈ ਕਿ ਆਇਆ, ਨਹੀਂ ਕਿ ਕੁਮਲਾਉਣਾ ਸ਼ੁਰੂ ਹੋ ਗਿਆ। ਜਨਮ ਦਿਨ ਉੱਤੇ ਫੁੱਲ ਭੇਜਣਾ ਹੀ ਚਾਹੀਦਾ, ਕਿਉਂਕਿ ਉਹ ਖਬਰ ਵੀ ਲਿਆਉਂਦਾ ਹੈ ਨਾਲ। ਵੱਡੀ ਤੋਂ ਵੱਡੀ ਭੇਟ ਫੁੱਲ ਦੀ ਹੋ ਸਕਦੀ ਹੈ, ਕੀਮਤੀ ਤੋਂ ਕੀਮਤੀ ਭੇਟ ਫੁੱਲ ਦੀ ਹੋ ਸਕਦੀ ਹੈ, ਕਿਉਂਕਿ ਨਾਲ ਖਬਰ ਵੀ ਲਿਆਉਂਦਾ ਹੈ। ਸੁਬਾਹ ਆਇਆ ਨਹੀਂ ਕਿ ਸ਼ਾਮ ਨੂੰ ਉਹਨੂੰ ਸੁੱਟ ਦੇਣਾ ਪਏਗਾ। ਸੁਬਾਹ ਉਹ ਜਨਮ ਦਿਨ ਦੀ ਖਬਰ ਲੈ ਕੇ ਆਇਆ ਸੀ, ਸ਼ਾਮ ਮੌਤ ਦੇ ਦਿਨ ਦੀ ਖਬਰ ਲੈ ਕੇ ਜਾ ਚੁੱਕਾ ਹੈ। ਫੁੱਲ ਤਾਂ ਜ਼ਰੂਰ ਭੇਜੇ ਜਾਣ, ਸਨਮਾਨ ਵੀ ਜ਼ਰੂਰ ਕਰੋ, ਸ਼ੁਭ ਕਾਮਨਾਵਾਂ ਵੀ ਜ਼ਰੂਰ ਦਿਓ, ਲੇਕਿਨ ਇਸ ਨਾਲ ਕਿਸੇ ਭਰਮ ਨੂੰ ਜਨਮ ਨਾ ਦਿਓ। ਇਹ ਸਾਡੀਆਂ ਸ਼ੁਭ ਕਾਮਨਾਵਾਂ ਅਜਿਹੀਆਂ ਹੀ ਹਨ। ਜਿਵੇਂ ਮੈਂ ਸੁਣਿਆ, ਜਦੋਂ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਤਾਂ ਉਹਦੇ 2-4 ਹੋਰ ਮਿੱਤਰ ਵੀ ਬੰਦ ਸਨ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੀ। ਉਹ ਰੋਜ਼ ਸੁਬਾਹ ਉੱਠ ਕੇ ਇੱਕ ਦੂਜੇ ਨੂੰ ਸ਼ੁਭ ਕਾਮਨਾਵਾਂ ਭੇਟ ਕਰਦੇ ਸੀ। ਹੁਣ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੋਵੇ, ਸੈਂਟੈਂਸ ਟੂ ਡੈਥ, ਰੋਜ਼ ਸੁਬਾਹ ਸੂਰਜ ਦਾ ਚੜ੍ਹ ਆਉਣਾ ਤੇ ਫੇਰ, ਲੇਕਿਨ ਸ਼ੁਭ ਕਾਮਨਾਵਾਂ ਵੀ ਤਾਂ ਸਿੱਧੀ ਨਹੀਂ ਕਰ ਸਕਦੇ, ਸਾਡੇ ਤੋਂ ਵੀ ਨਹੀਂ ਹੁੰਦੀ। ਆਪਣੀਆਂ ਕੋਠੜੀਆਂ 'ਚ ਬੰਦ ਸਿਰਫ ਕੰਧਾਂ ਨੂੰ ਖੜਕਾ ਕੇ ਨਿਯਮ ਬਣਾ ਲਿਆ ਕਿ ਇੰਨਾ ਖੜਕੇ ਤਾਂ ਸਮਝਣਾ ਕਿ ਅਜੇ ਅਸੀਂ ਜਿਉਂਦੇ ਹਾਂ ਤੇ ਸ਼ੁਭ ਕਾਮਨਾਵਾਂ ਭੇਜਦੇ ਹਾਂ ਕਿ ਪਰਮਾਤਮਾ ਤੁਹਾਨੂੰ ਜਿਉਂਦਾ ਰੱਖੇ। ਤਾਂ ਉਹ ਨਿਯਮ ਤੋਂ ਖੜਕੇ ਬਣਾ ਲਏ, ਉਹ ਖੜਕੇ ਵਜਾ ਦਿੰਦੇ, ਫਿਰ ਕੋਠੜੀਆਂ 'ਚ ਖੁਸ਼ੀ ਫੈਲ ਜਾਂਦੀ ਕਿ ਅਜੇ ਸਭ ਸਾਥੀ ਜਿਉਂਦੇ ਹਨ। ਲੇਕਿਨ ਕਿਹੋ ਜਿਹੀ ਵਿਡੰਬਨਾ ਹੈ ਕਿ ਉਹ ਜਿਉਣਾ ਸਿਰਫ ਮਰਨ ਲਈ ਹੈ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਫਾਂਸੀ ਤਾਂ ਹੋਣ ਹੀ ਵਾਲੀ ਹੈ। ਉਹ ਜਿਉਣਾ ਸਿਰਫ ਕੱਲ ਮਰਨ ਲਈ ਹੈ। ਫਿਰ ਵੀ ਇੱਕ ਦਿਨ ਹੋਰ ਤਾਂ ਖੁਸ਼ੀ ਦੀ ਲਹਿਰ ਫੈਲ ਜਾਂਦੀ, ਗੀਤ ਗਾਉਣ ਲੱਗਦੇ, ਕਿਉਂਕਿ ਅਜੇ ਕੋਈ ਸਾਥੀ ਮਰਿਆ ਨਹੀਂ। ਸਭ ਦਰਵਾਜ਼ਿਆਂ ਤੋਂ ਖੜਕੇ ਦੀ ਆਵਾਜ਼ ਆ ਗਈ, ਸਾਰੇ ਸਾਥੀ ਜਿੰਦਾ ਹਨ। ਸਭ ਨੇ ਇੱਕ ਦੂਜੇ ਨੂੰ ਸ਼ੁਭ ਕਾਮਨਾਵਾਂ ਪਹੁੰਚਾ ਦਿੱਤੀਆਂ ਕਿ ਅਸੀਂ ਜਿਉਂਦੇ ਹਾਂ, ਪਰਮਾਤਮਾ ਦਾ ਧੰਨਵਾਦ ਹੈ। ਲੇਕਿਨ ਕਿਸ ਲਈ ਜੀਵਤ ਹੈ? ਉਹ ਫਾਂਸੀ ਕੱਲ, ਕੱਲ ਨਹੀਂ ਪਰਸੋਂ, ਫਾਂਸੀ ਰਾਹ ਦੇਖਦੀ ਹੈ ਸਿਰਫ ਮਰਨ ਲਈ। ਸਾਡੀ ਹਾਲਤ ਵੀ ਬਹੁਤੀ ਵੱਖਰੀ ਨਹੀਂ ਹੈ ਭਗਤ ਸਿੰਘ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ। ਥੋੜਾ ਜਿਹਾ ਫਰਕ ਹੈ। ਉਹ ਫਰਕ ਇਹ ਹੈ ਕਿ ਉਹ ਘੱਟੋ ਘੱਟ ਆਪਣੀ ਮੌਤ ਪ੍ਰਤੀ ਭਰੋਸੇ 'ਚ ਸਨ। ਸਾਨੂੰ ਉਹਨਾਂ ਭਰੋਸਾ ਨਹੀਂ ਹੈ, ਉਹ ਵੀ ਪੱਕਾ ਨਹੀਂ ਹੈ। ਅਸੀਂ ਜਿਸ ਜਗ੍ਹਾ ਖੜੇ ਹਾਂ ਉੱਥੇ ਲਗਭਗ ਹਾਲਤ ਉਹੋ ਜਿਹੀ ਹੈ ਜਿਹੋ ਜਿਹੀ ਕਿਸੇ ਜੇਲ੍ਹ 'ਚ ਫਾਂਸੀ ਤੇ ਜਾਣ ਵਾਲੇ ਲੋਕ ਕਿਊ 'ਚ ਖੜੇ ਹੋਣ। ਲੇਕਿਨ ਕਿੰਨਾ ਧਮੱਚੜ ਮਚਾ ਲੈਂਦੇ ਹਨ ਉਹਨਾਂ ਥੋੜ੍ਹੇ ਜਿਹੇ ਪਲਾਂ 'ਚ, ਕਿੰਨਾ ਫੈਲਾਅ ਕਰ ਲੈਂਦੇ ਹਨ, ਕਿੰਨਾ ਵਿਸਥਾਰ ਕਰ ਲੈਂਦੇ ਹਨ, ਕਿੰਨਾ ਕੁਝ ਕਰ ਜਾਂਦੇ ਹਨ ਇਹਨਾਂ ਥੋੜ੍ਹੇ ਜਿਹੇ ਪਲਾਂ 'ਚ। ਸਿਰਫ ਇੱਕ ਚੀਜ਼ ਛੱਡ ਜਾਂਦੇ ਹਨ ਕਿ ਥੋੜ੍ਹੇ ਜਿਹੇ ਪਲਾਂ 'ਚ ਅਸੀਂ ਉਸ ਤੱਤ ਨੂੰ ਜਾਣ ਸਕਦੇ ਸੀ ਜੋ ਆਇਆ ਸੀ ਤੇ ਜਾਏਗਾ, ਉਹਨੂੰ ਨਹੀਂ ਜਾਣਦੇ, ਉਹ ਤੋਂ ਵਾਂਝੇ ਰਹਿ ਜਾਂਦੇ ਹਾਂ। ਤਾਂ ਤੁਸੀਂ ਸ਼ੁਭ ਕਾਮਨਾਵਾਂ ਲਿਆਏ, ਉਹਦੇ ਲਈ ਧੰਨਵਾਦ, ਲੇਕਿਨ ਉਸ ਸ਼ੁਭ ਕਾਮਨਾਵਾਂ ਨਾਲ ਤੁਸੀਂ ਆਪਣੇ ਜੀਵਨ ਪ੍ਰਤੀ ਭਰੋਸੇਮੰਦ ਹੋ ਕੇ ਨਾ ਚਲੇ ਜਾਣਾ। ਮੈਨੂੰ ਉਸ ਨਾਲ ਕੋਈ ਭਰੋਸਾ ਮਿਲਣ ਦੀ ਗੱਲ ਨਹੀਂ ਹੈ, ਲੇਕਿਨ ਤੁਸੀਂ ਨਾ ਸੋਚਦੇ ਹੋਏ ਚਲੇ ਜਾਣਾ ਕਿ ਜੀਵਨ ਹੈ, ਜਨਮ ਹੈ, ਮੌਤ ਨੂੰ ਅਲੱਗ ਕੱਟ ਕੇ ਨਾ ਰੱਖ ਦੇਣਾ। ਚੰਗੀ ਦੁਨੀਆ ਹੋਵੇ ਤਾਂ ਮੈਂ ਮੰਨਦਾ ਸਾਨੂੰ ਮੌਤ ਦਿਨ ਹੀ ਮਨਾਉਣਾ ਚਾਹੀਦਾ ਹੈ। ਲੇਕਿਨ ਅਸੀਂ ਜੋ ਮੌਤ ਦਿਨ ਤਦ ਮਨਾਉਂਦੇ ਹਾਂ ਜਦੋਂ ਆਦਮੀ ਮਰ ਜਾਂਦਾ ਹੈ, ਤਦ ਮਨਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸਾਨੂੰ ਮਨਾਉਣਾ ਹੀ ਅਜਿਹਾ ਚਾਹੀਦਾ, ਆਦਮੀ 5 ਸਾਲ ਦਾ ਹੋ ਗਿਆ, ਕਹਿਣਾ ਚਾਹੀਦਾ ਹੈ ਮੌਤ 5 ਸਾਲ ਨੇੜੇ ਆ ਗਈ, 10 ਸਾਲ ਦਾ ਹੋਇਆ 10 ਸਾਲ ਨੇੜੇ ਆ ਗਈ, 20 ਸਾਲ ਦਾ ਹੋਇਆ 20 ਸਾਲ ਨੇੜੇ ਆ ਗਈ। ਮੌਤ ਦਾ ਹੀ ਦਿਨ ਮਨਾਉਣਾ ਚਾਹੀਦਾ। ਹਰ ਸਾਲ ਸਾਨੂੰ ਯਾਦ ਆਏ ਕਿ ਮੌਤ 1 ਸਾਲ ਨੇੜੇ ਆ ਗਈ। ਅਸੀਂ ਉਹ ਨਾ ਹੋ ਸਕੀਏ ਜੋ ਅਸੀਂ ਬਣੇ ਰਹਿੰਦੇ ਹਾਂ।
ਅਸੀਂ ਸ਼ਮਸ਼ਾਨ ਘਾਟ ਨੂੰ, ਕਬਰਿਸਤਾਨ ਨੂੰ ਪਿੰਡ ਦੇ ਬਾਹਰ ਬਣਾਇਆ ਹੋਇਆ, ਇਸ ਡਰੋਂ ਕਿ ਉਹ ਦਿਖਾਈ ਨਾ ਦੇ ਜਾਣ। ਮੇਰਾ ਵਸ ਚਲੇ ਤਾਂ ਇਹ ਪਿੰਡ ਵਿੱਚ ਹੀ ਹੋਣੇ ਚਾਹੀਦੇ ਹਨ। ਅਸੀਂ ਦਿਨ 'ਚ 10 ਵਾਰ ਨਿਕਲੀਏ, ਸਾਨੂੰ ਸ਼ਮਸ਼ਾਨ ਘਾਟ ਦਿਖਾਈ ਪਵੇ। 10 ਵਾਰ ਖਿਆਲ ਆਏ ਕਿ ਮੌਤ ਹੈ, ਕਿਉਂਕਿ ਬੜੇ ਦੁੱਖ ਦੀ ਗੱਲ ਹੈ ਕਿ ਮੌਤ ਹੀ ਇਕੱਲਾ ਤੱਤ ਹੈ ਜਿਹਦੀ ਪੀੜਾ ਸਾਡੇ ਵਿੱਚ ਜ਼ਿਆਦਾ ਹੋ ਜਾਏ ਤਾਂ ਸਾਡਾ ਜੀਵਨ ਤਬਦੀਲ ਹੋ ਸਕਦਾ ਹੈ, ਵਰਨਾ ਨਹੀਂ। ਮੌਤ ਹੀ ਇੱਕ ਡੰਗ ਹੈ, ਕੰਡਾ ਹੈ ਜੋ ਡੂੰਘਾ ਸਾਡੇ ਸੀਨੇ 'ਚ ਚੁੱਭ ਜਾਏ ਤਾਂ ਸ਼ਾਇਦ ਕੋਈ ਟਰਾਂਸਫਾਰਮੇਸ਼ਨ, ਕੋਈ ਕ੍ਰਾਂਤੀ ਵਾਪਰੇ, ਵਰਨਾ ਨਹੀਂ। ਮੌਤ ਹੀ ਸਾਨੂੰ ਘੇਰ ਲਏ ਤੇ ਜ਼ੋਰ ਨਾਲ ਫੜ ਲਏ ਤਾਂ ਸ਼ਾਇਦ ਅਸੀਂ ਕੋਈ ਛਾਲ ਮਾਰੀਏ, ਵਰਨਾ ਨਹੀਂ। ਇਸ ਲਈ ਬੁੱਧ ਦੇ ਕੋਲ ਜਦੋਂ ਕੋਈ ਭਿਕਸ਼ੂ ਆਇਆ ਤੇ ਕਹਿਣ ਲੱਗਾ ਕਿ ਮੈਂ ਪਰਮਾਤਮਾ ਦੀ ਖੋਜ ਕਰ ਰਿਹਾ, ਸੱਚ ਦੀ ਖੋਜ ਕਰ ਰਿਹਾ, ਆਤਮਾ ਨੂੰ ਜਾਣਨਾ ਚਾਹੁੰਦਾ, ਤੇ ਬੁੱਧ ਕਹਿੰਦੇ ਹੈ ਬੰਦ ਕਰੋ ਇਹ ਗੱਲਾਂ, ਪਹਿਲਾਂ ਮੈਂ ਤੁਹਾਡੇ ਤੋਂ ਪੁੱਛਦਾ, ਮੌਤ ਨੂੰ ਖੋਜਣ ਦਾ ਕੋਈ ਖਿਆਲ ਹੈ? ਉਹ ਆਦਮੀ ਕਹਿੰਦਾ ਮੌਤ ਨਾਲ ਮੇਰਾ ਕੀ ਲੈਣਾ ਦੇਣਾ, ਮੈਂ ਆਤਮਾ ਨੂੰ ਖੋਜਣਾ ਹੈ, ਪਰਮਾਤਮਾ ਨੂੰ ਖੋਜਣਾ। ਬੁੱਧ ਕਹਿੰਦੇ ਨਹੀਂ, ਪਹਿਲਾਂ ਮੌਤ ਖੋਜਣੀ ਹੈ, ਕਿਉਂਕਿ ਜੋ ਮੌਤ ਨੂੰ ਜਾਣ ਲਏਗਾ ਉਹ ਪਰਮਾਤਮਾ ਨੂੰ ਵੀ ਜਾਣ ਲਏਗਾ, ਲੇਕਿਨ ਜੋ ਮੌਤ ਨੂੰ ਨਹੀਂ ਜਾਣ ਗਿਆ ਪਰ ਉਹ ਪਰਮਾਤਮਾ ਨੂੰ ਵੀ ਨਹੀਂ ਜਾਣ ਸਕਦਾ। ਮੌਤ ਜ਼ਿੰਦਗੀ ਦੀ ਜ਼ਰੂਰੀ ਸਿਚੁਏਸ਼ਨ ਹੈ, ਉਹ ਜ਼ਰੂਰੀ ਸਥਿਤੀ ਹੈ ਜਿਸ ਤੋਂ ਸਾਡੇ ਅੰਦਰ ਸਭ ਕੁਝ ਪੈਦਾ ਹੁੰਦਾ ਹੈ। ਤਾਂ ਬੁੱਧ ਉਹਨੂੰ ਕਹਿੰਦੇ ਹੈ ਤੂੰ ਜਾ ਕੇ ਕੁਝ ਦਿਨ ਸ਼ਮਸ਼ਾਨ ਘਾਟ ਰਹਿ ਕੇ ਆ, ਫਿਰ ਜੇ ਤੂੰ ਬ੍ਰਹਮਾ ਦੀ ਜਿਗਿਆਸਾ ਕਰੇਗਾ ਤਾਂ ਮੈਂ ਉੱਤਰ ਦੇਵਾਂਗਾ, ਫਿਰ ਤੂੰ ਆਤਮਾ ਬਾਰੇ ਪੁੱਛੇਗਾ ਤਾਂ ਅਸੀਂ ਗੱਲ ਕਰਾਂਗੇ, ਪਹਿਲਾਂ ਤੂੰ ਸ਼ਮਸ਼ਾਨ ਘਾਟ ਰਹਿ ਕੇ ਆ। ਅਕਸਰ ਭਿਕਸ਼ੂਆਂ ਨੂੰ ਉਹ ਸ਼ਮਸ਼ਾਨ ਘਾਟ ਭੇਜ ਦਿੰਦੇ ਹੈ ਕਿ ਤੁਸੀਂ ਉੱਥੇ 24 ਘੰਟੇ ਰਹੋ। ਹੁਣ 24 ਘੰਟੇ ਸ਼ਮਸ਼ਾਨ ਘਾਟ ਤੇ ਰਹਿਣਾ, ਫਿਰ ਕੋਈ ਮੁਰਦਾ ਆਇਆ, ਫਿਰ ਕੋਈ ਫੂਕਿਆ, ਫਿਰ ਕੋਈ ਮਰਿਆ, ਫਿਰ ਕੋਈ ਰੋਂਦਾ ਹੋਇਆ ਆਇਆ, ਸਾਰਾ ਦਿਨ ਰਾਤ, ਅੱਧੀ ਰਾਤ ਵੀ, ਸੁਬਾਹ ਵੀ, ਸ਼ਾਮ ਵੀ, ਨਾ ਕੋਈ ਸਮਾਂ ਨਾ ਕੋਈ ਅਸਮਾਂ, ਲੋਕ ਮਰਦੇ ਹੀ ਚਲੇ ਜਾਂਦੇ, ਸ਼ਮਸ਼ਾਨ ਘਾਟ ਤੇ ਆਈ ਜਾਂਦੇ ਹੈ। ਉਹ ਆਦਮੀ ਕਦੋਂ ਤੱਕ ਦੇਖੇਗਾ, ਕਿੰਨੀ ਦੇਰ ਤੱਕ ਦੇਖੇਗਾ? ਆਖਰਕਾਰ ਉਹਨੂੰ ਖਿਆਲ ਆ ਜਾਂਦਾ ਕਿ ਮੈਂ ਵੀ ਉਸ ਕਤਾਰ 'ਚ ਖੜਾ, ਇਹ ਜ਼ਿਆਦਾ ਦੇਰ ਦੀ ਗੱਲ ਨਹੀਂ। ਉਹ ਸ਼ਮਸ਼ਾਨ ਘਾਟ ਤਾਂ ਸਾਡੀ ਚੇਤਨਾ ਤੋਂ ਬਾਹਰ ਹੈ, ਇਸ ਲਈ ਸਾਨੂੰ ਕਦੀ ਪੱਕਾ ਪਤਾ ਨਹੀਂ ਲੱਗਦਾ। ਤੇ ਜਦੋਂ ਇੱਕ ਆਦਮੀ ਮਰਦਾ ਹੈ ਤੇ ਅਸੀਂ ਕਹਿੰਦੇ ਹਾਂ ਵਿਚਾਰਾ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿਉਂ 'ਚ ਥੋੜਾ ਹੋਰ ਅੱਗੇ ਵੱਧ ਗਏ ਹਾਂ। ਉਸ ਆਦਮੀ ਨੇ ਥਾਂ ਖਾਲੀ ਕਰ ਦਿੱਤੀ ਹੈ। ਹਰ ਮੌਤ ਸਾਡੀ ਹੀ ਮੌਤ ਹੈ, ਹਰ ਮੌਤ ਸਾਡੀ ਮੌਤ ਦੀ ਯਾਦ ਹੈ, ਤੇ ਜੇ ਯਾਦ ਬਣ ਸਕੇ, ਡੂੰਘੀ ਹੋ ਸਕੇ, ਤਾਂ ਸ਼ਾਇਦ ਅਸੀਂ ਜੀਵਨ ਨੂੰ ਵੀ ਜਾਣਨ 'ਚ ਸਫਲ ਹੋ ਸਕਦੇ ਹਾਂ। ਤਾਂ 2-3 ਗੱਲਾਂ ਅੰਤ 'ਚ ਤੁਹਾਨੂੰ ਕਹਾਂ। ਇੱਕ ਦਿਨ, ਇੱਕ ਜਿਹਨੂੰ ਅਸੀਂ ਜਨਮ ਕਹਿੰਦੇ ਹਾਂ, ਉਹਨੂੰ ਜਨਮ ਨਾ ਸਮਝ ਲੈਣਾ। ਉਹ ਸਿਰਫ ਇੱਕ ਸੋਸ਼ਲ ਮਿਥ, ਇੱਕ ਸਮਾਜਿਕ ਪੁਰਾਣ ਕਥਾ ਜਿਹਨੂੰ ਮੌਤ ਕਹਿੰਦੇ ਆ, ਉਹਨੂੰ ਮੌਤ ਨਾ ਸਮਝ ਲੈਣਾ। ਉਹ ਸਿਰਫ ਸਾਡੇ ਅਗਿਆਨ ਦਾ ਦੂਜਾ ਨਾਂ ਹੈ। ਜਿਸ ਨੂੰ ਜੀਵਨ ਕਹਿੰਦੇ ਆ, ਉਹਨੂੰ ਜੀਵਨ ਨਾ ਸਮਝ ਲੈਣਾ, ਕਿਉਂਕਿ ਰੋਜ਼ ਸੁਬਾਹ ਉੱਠਣ ਤੇ ਰੋਜ਼ ਰਾਤੀ ਸੌਂ ਜਾਣ, ਰੋਜ਼ ਉਹ ਭੋਜਨ, ਉਹ ਕਮਾਉਣ, ਉਹ ਮਿੱਤਰ, ਉਹ ਦੁਸ਼ਮਣ, ਉਹ ਸਾਰਾ ਜਾਲ, ਉਹਦਾ ਲਗਾਤਾਰ ਦੁਹਰਾਓ, ਅੰਤਹੀਨ ਦੁਹਰਾਓ। ਬੜੀ ਹੈਰਾਨੀ ਦੀ ਗੱਲ ਹੈ ਕਿ ਉਹਦਾ ਅੰਤਹੀਨ ਦੁਹਰਾਓ ਵੀ ਅਸੀਂ ਕਰਦੇ ਚਲੇ ਜਾਂਦੇ ਹਾਂ ਤੇ ਅੱਕਦੇ ਨਹੀਂ ਹਾਂ। ਕਾਮੂ ਨੇ ਆਪਣੀ ਇੱਕ ਕਿਤਾਬ ਦੀ ਸ਼ੁਰੂਆਤ ਇੱਕ ਅਜੀਬ ਜਿਹੇ ਵਾਕ ਨਾਲ ਕੀਤੀ ਹੈ ਕਿ ਹੈ The only metaphysical problem before man is suicide। ਇੱਕ ਹੀ ਅਧਿਆਤਮਕ ਸਮੱਸਿਆ ਮਨੁੱਖ ਦੇ ਸਾਹਮਣੇ ਆਤਮ ਹੱਤਿਆ ਹੈ। ਤੇ ਜਦੋਂ ਤੋਂ ਕਿਸੇ ਨੇ ਪੁੱਛਿਆ ਕਿ ਤੁਸੀਂ ਕੀ ਲਿਖਿਆ, ਤਾਂ ਉਹਨੇ ਕਿਹਾ ਕਿ ਜਦੋਂ ਤੋਂ ਮੈਂ ਥੋੜੀ ਜਿਹੀ ਹੋਸ਼ ਸੰਭਾਲੀ ਹੈ, ਤਦ ਤੋਂ ਮੈਂ ਪੁੱਛ ਰਿਹਾ ਆਪਣੇ ਆਪ ਤੋਂ ਕਿ ਜੇ ਇਹ ਜ਼ਿੰਦਗੀ ਹੈ ਤਾਂ ਆਤਮ ਹੱਤਿਆ 'ਚ ਕੀ ਬੁਰਾਈ ਹੈ? ਜੇ ਇਹੋ ਜ਼ਿੰਦਗੀ ਹੈ ਜੋ ਮੈਂ ਕੱਲ ਜੀ ਸੀ, ਪਰਸੋਂ ਜੀਆ ਸੀ, ਇਹਨੂੰ ਕੱਲ ਫੇਰ ਦੁਹਰਾਣਾ, ਪਰਸੋਂ ਫੇਰ ਦੁਹਰਾਣਾ, ਤਾਂ ਇਹ ਸੋਚ ਕੇ ਹੀ ਕਿ ਇਸੇ ਨੂੰ ਦੁਹਰਾਈ ਚਲੇ ਜਾਣਾ, ਮੈਂ ਸੋਚਦਾ ਆਤਮ ਹੱਤਿਆ 'ਚ ਕੀ ਬੁਰਾਈ ਹੈ ਜੇ ਇਹੋ ਜ਼ਿੰਦਗੀ ਹੈ। ਪਰ ਸਾਡੇ 'ਚੋਂ ਕਿੰਨਿਆਂ ਨੇ ਸੋਚਿਆ ਇਹ ਕਦੀ, ਜਿਹਨੂੰ ਅਸੀਂ ਜ਼ਿੰਦਗੀ ਕਹਿੰਦੇ ਹਾਂ, ਜੇ ਇਹੋ ਜ਼ਿੰਦਗੀ ਹੈ? ਸਾਨੂੰ ਤਾਂ ਜੇ ਕੋਈ ਭਗਵਾਨ ਮਿਲ ਜਾਏ ਤੇ ਕਹੇ ਕਿ ਇਹੋ ਜ਼ਿੰਦਗੀ ਹੈ, ਅਸੀਂ ਤੁਹਾਨੂੰ ਦੁਬਾਰਾ ਦਿੰਦੇ ਹਾਂ, ਤਾਂ ਅਸੀਂ ਕਹਾਂਗੇ ਬਿਲਕੁਲ ਅਸੀਂ ਰਾਜ਼ੀ ਹਾਂ, 60 ਸਾਲ ਹੋਰ ਇਹੋ ਕਰਾਂਗੇ, ਦ ਸੇਮ ਡੈਡ ਰੂਟੀਨ ਫੇਰ ਇਹੋ ਕਰਾਂਗੇ। ਲੇਕਿਨ ਇਹਦਾ ਮਤਲਬ ਸਿਰਫ ਇੰਨਾ ਹੈ ਕਿ ਸਾਡੇ ਕੋਲ ਕੋਈ ਸੰਵੇਦਨਸ਼ੀਲ ਚਿੰਤਨ ਨਹੀਂ ਹੈ, ਕੋਈ ਸੈਂਸਿਟਿਵਿਟੀ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂ। ਇਸ ਲਈ ਤੁਸੀਂ ਹੈਰਾਨ ਨਾ ਹੋਣਾ ਕਿ ਦੁਨੀਆ 'ਚ ਜੋ ਲੋਕ ਆਤਮ ਹੱਤਿਆ ਕਰ ਲੈਂਦੇ ਹੈ, ਜ਼ਰੂਰੀ ਨਹੀਂ ਕਿ ਬੁਜ਼ਦਿਲ ਹੋਣ, ਇਹਦੀ ਵੀ ਸੰਭਾਵਨਾ ਹੈ ਕਿ ਤੁਹਾਡੇ ਤੋਂ ਜ਼ਿਆਦਾ ਸੈਂਸਿਟਿਵ ਹੋਣ। ਤੇ ਤੁਸੀਂ ਇਹ ਨਾ ਸਮਝ ਲੈਣਾ ਕਿ ਆਤਮ ਹੱਤਿਆ ਨਹੀਂ ਕਰਦੇ ਆ ਤਾਂ ਬੜੇ ਬਹਾਦਰ ਆ। ਸੰਭਾਵਨਾ ਬਹੁਤ ਇਹ ਹੈ ਕਿ ਮਰਨ ਦੀ ਵੀ ਹਿੰਮਤ ਨਹੀਂ ਕਰਦੇ। ਜਿਉਣ ਦੀ ਤਾਂ ਗੱਲ ਅਲੱਗ ਹੈ,
ਇਸ ਲਈ ਜੀਵੀ ਚਲੇ ਜਾਂਦੇ ਆ। ਮਰਨ ਲਈ ਵੀ ਤਾਂ ਸੋਚਣਾ ਪਏਗਾ, ਕੋਈ ਡਿਸੀਜ਼ਨ ਲੈਣਾ ਪਏਗਾ ਕਿ ਜ਼ਿੰਦਗੀ ਤਾਂ ਸਿਰਫ ਵਹਿੰਦੇ ਚਲੇ ਜਾਂਦੇ ਆ, ਵਹਿੰਦੇ ਚਲੇ ਜਾਂਦੇ ਆ। ਕਦੀ ਬੈਠ ਕੇ ਥੋੜਾ ਜਿਹਾ ਲੇਖਾ ਜੋਖਾ ਕਰ ਲੈਣਾ ਚਾਹੀਦਾ ਹੈ। ਕਦੀ ਬੈਠ ਕੇ ਥੋੜਾ ਜਿਹਾ ਲੇਖਾ ਜੋਖਾ ਜ਼ਰੂਰ ਕਰੋ। 50 ਸਾਲ ਜੀਆ, ਇਹਨਾਂ 50 ਸਾਲਾਂ 'ਚ ਕਿੰਨੇ ਪਲ ਹਨ ਜੋ ਜੀਵਨ ਦੇ ਪਲ ਹਨ, ਜਿਨ੍ਹਾਂ ਨੂੰ ਮੈਂ ਫਿਰ ਤੋਂ ਜੇ ਪਰਮਾਤਮਾ ਹੋਵੇ ਤਾਂ ਮੈਂ ਮੰਗਣਾ ਚਾਹਾਂਗਾ। ਹੱਥ ਵਿੱਚੋਂ ਰੇਤ ਖਿਸਕਦੀ ਲੱਗੇਗੀ, ਇੱਕ ਪਲ ਵੀ ਅਜਿਹਾ ਨਹੀਂ ਲੱਗੇਗਾ ਜਿਹਨੂੰ ਦੁਬਾਰਾ ਮੰਗਣ ਦਾ ਮਨ ਹੋਵੇ। ਇੰਨਾ ਬੇਹਾ ਹੈ ਜੀਵਨ, ਇੰਨਾ ਸਟੇਲ। ਲੇਕਿਨ ਅਸੀਂ ਬੇਹੀ ਜ਼ਿੰਦਗੀ ਉੱਤੇ, ਜਿਵੇਂ ਸੜੀ ਹੋਈ ਮੱਛੀ ਉੱਤੇ ਕੋਈ ਟਮਾਟਰ ਸੌਸ ਉੱਪਰ ਪਾ ਕੇ ਖਾਈ ਚਲਾ ਜਾਂਦਾ ਹੋਵੇ, ਅਸੀਂ ਸੜੀ ਜ਼ਿੰਦਗੀ ਉੱਤੇ ਰੋਜ਼ ਆਸਾਂ ਦੇ ਸੌਸ ਪਾਈ ਚਲੇ ਜਾਂਦੇ ਹਾਂ ਤੇ ਕੱਲ ਕੁਝ ਹੋਏਗਾ, ਪਰਸੋਂ ਕੁਝ ਹੋਏਗਾ। ਮਜ਼ੇ ਦੀ ਗੱਲ ਹੈ, ਤੁਸੀਂ ਕੱਲ ਵੀ ਹੋਗੇ, ਤੁਸੀਂ ਕੱਲ ਵੀ ਸੀ। ਕੱਲ ਤੁਸੀਂ ਕੀ ਕੀਤਾ, ਪਰਸੋਂ ਵੀ ਤੁਸੀਂ ਕੀ ਕੀਤਾ। ਤੁਸੀਂ ਕੱਲ ਹੋਗੇ ਤੇ ਧਿਆਨ ਰਹੇ, ਅੱਜ ਤੋਂ ਕਮਜ਼ੋਰ ਹੋ ਗਏ। ਰੋਜ਼ ਸ਼ਕਤੀ ਘਟਦੀ ਚਲੀ ਜਾਂਦੀ ਹੈ, ਰੋਜ਼ ਪਲ ਘੱਟ ਹੁੰਦੇ ਚਲੇ ਜਾਂਦੇ ਆ, ਸਮਾਂ ਮੁੱਕਦਾ ਚਲਾ ਜਾਂਦਾ, ਮੌਕੇ ਮੁੱਕਦੇ ਚਲੇ ਜਾਂਦੇ ਆ, ਸ਼ਕਤੀ ਘਟਦੀ ਚਲੀ ਜਾਂਦੀ ਹੈ। ਜੇ ਕੱਲ ਤੁਸੀਂ ਨਹੀਂ ਹਾਸਲ ਕਰ ਸਕੇ ਤਾਂ ਆਉਣ ਵਾਲੇ ਕੱਲ ਤੁਸੀਂ ਬਿਲਕੁਲ ਹੀ ਨਹੀਂ ਹਾਸਲ ਕਰ ਸਕੋਗੇ। ਇਹ ਤੋਂ ਇਹ ਨਾ ਸਮਝ ਲੈਣਾ ਕਿ ਮੈਂ ਤੁਹਾਨੂੰ ਨਿਰਾਸ਼ ਕਰ ਰਿਹਾ, ਇਹ ਤੋਂ ਇਹ ਨਾ ਸਮਝ ਲੈਣਾ ਕਿ ਮੈਂ ਕੋਈ ਨਿਰਾਸ਼ਾਵਾਦੀ ਦੁੱਖਵਾਦੀ ਹਾਂ ਕਿ ਕੁਝ ਵੀ ਨਹੀਂ ਹੋ ਸਕੇਗਾ। ਮੈਂ ਤੁਹਾਨੂੰ ਸਿਰਫ ਇੰਨਾ ਕਹਿ ਸਕਦਾ ਕਿ ਜਿਸ ਆਸ 'ਚ ਤੁਸੀਂ ਜੀ ਰਹੇ ਹੋ, ਉਸ ਆਸ 'ਚ ਜਿਉਣ ਨਾਲ ਕਦੀ ਕੁਝ ਨਹੀਂ ਹੋ ਸਕਦਾ। ਧਿਆਨ ਰਹੇ, ਇਸ ਧਰਤੀ ਉੱਤੇ ਸਿਵਾਏ ਬੁੱਧੂਆਂ ਦੇ ਹੋਰ ਕੋਈ ਬਹੁਤ ਆਸਵਾਨ ਨਹੀਂ ਹੋ ਸਕਦਾ। ਨਹੀਂ, ਜ਼ਿੰਦਗੀ ਅਜਿਹਾ ਮੌਕਾ ਨਹੀਂ ਦਿੰਦੀ, ਜ਼ਿੰਦਗੀ ਅਜਿਹਾ ਮੌਕਾ ਦਿੰਦੀ ਹੀ ਨਹੀਂ। ਜ਼ਿੰਦਗੀ ਨੂੰ ਜੋ ਵੀ ਦੇਖੇਗਾ ਉਹ ਨਿਰਾਸ਼ ਹੋਏਗਾ, ਹੋਣਾ ਚਾਹੀਦਾ। ਨਿਰਾਸ਼ਾ ਜਦੋਂ ਇੰਨੀ ਡੂੰਘੀ ਹੋ ਜਾਂਦੀ ਹੈ, ਇਹ ਜ਼ਿੰਦਗੀ ਬਿਲਕੁਲ ਬੇਕਾਰ ਲੱਗਦੀ ਹੈ, ਤਦ ਪਹਿਲੀ ਛਾਲ ਲਗਾਉਣ ਦਾ ਮਨ ਹੁੰਦਾ ਕਿ ਅਸੀਂ ਕੋਈ ਜ਼ਿੰਦਗੀ ਭਾਲੀਏ। ਬੁੱਧ ਇੱਕ ਅਜਿਹੇ ਆਦਮੀ ਨੂੰ ਕਹਿ ਰਹੇ ਹਨ ਕਿ ਤੂੰ ਹੁਣ ਛੱਡ ਇਹ ਸਭ। ਉਹ ਕਹਿੰਦਾ ਕਿ ਕੁਛ ਦੇਰ ਹੋਰ ਰੁਕ ਜਾਓ, ਅਗਲੇ ਸਾਲ ਲੜਕੀ ਦੀ ਸ਼ਾਦੀ ਕਰ ਲੈਣੀ ਹੈ, ਫਿਰ ਮੈਂ ਆਉਣਾ। ਬੁੱਧ ਨੇ ਕਿਹਾ ਸਮਝ ਕੇ ਸਾਲ ਬੀਤ ਗਿਆ, ਲੜਕੀ ਦੀ ਸ਼ਾਦੀ ਹੋ ਗਈ, ਪੱਕਾ ਹੈ, ਆਏਗਾ। ਉਹਨੇ ਕਿਹਾ ਸਾਲ ਤਾਂ ਬੀਤ ਜਾਣ ਦਿਓ। ਬੁੱਧ ਨੇ ਕਿਹਾ ਸੋਚ ਕੇ ਸਾਲ ਬੀਤ ਗਿਆ, ਲੜਕੀ ਦੀ ਸ਼ਾਦੀ ਹੋ ਗਈ, ਕੀ ਖਿਆਲ ਹੈ। ਉਹਨੇ ਕਿਹਾ ਲੇਕਿਨ ਹੁਣੇ ਕਿਵੇਂ ਕਹਿ ਸਕਦਾ, ਸਾਲ ਮਗਰੋਂ ਤਾਂ 1000 ਸਵਾਲ ਉੱਠ ਸਕਦੇ ਆ। ਬੁੱਧ ਨੇ ਕਿਹਾ ਮੈਂ ਬਚਿਆ ਤਾਂ ਅਗਲੇ ਸਾਲ ਆਵਾਂਗਾ। ਬੁੱਧ ਉਸ ਪਿੰਡ 'ਚੋਂ ਫੇਰ ਲੰਘੇ। ਉਹ ਆਦਮੀ ਸੁਣਨ ਲਈ ਬੁੱਧ ਕੋਲ ਨਾ ਆਇਆ ਕਿਉਂਕਿ ਉਹ ਡਰਿਆ। ਉਹਨੇ ਸੋਚਿਆ ਪਤਾ ਨਹੀਂ ਉਹ ਆਦਮੀ ਫੇਰ ਪਛਾਣ ਲਏ, ਤੇ ਅਜਿਹੇ ਆਦਮੀ ਭੁੱਲਦੇ ਨਹੀਂ। ਅਜਿਹੇ ਆਦਮੀ ਪਛਾਣ ਲੈਂਦੇ ਆ ਤੇ ਫੜ ਲੈਂਦੇ ਆ। ਪਛਾਣ ਲੈਣ ਸਾਲ ਤਾਂ ਲੰਘ ਗਿਆ, ਲੇਕਿਨ ਕਿਤੇ ਉਹ ਫੇਰ ਕਹਿਣ ਤੇ ਸਵਾਲ ਦਾ ਕੁਝ ਵੀ ਹੱਲ ਨਹੀਂ ਹੋਏ। ਸਵਾਲ ਤਾਂ ਹੋਰ ਵੱਧ ਗਏ ਕਿਉਂਕਿ ਇੱਕ ਸਾਲ 'ਚ ਸਵਾਲ ਹੋਰ ਪੈਦਾ ਹੋ ਗਏ। ਆਦਮੀ ਤਾਂ ਉਹੀ ਹੈ ਜੋ ਸਵਾਲ ਪੈਦਾ ਕਰਦਾ ਹੈ। ਬੁੱਧ ਬੈਠੇ ਹਨ, ਲੋਕ ਆ ਗਏ। ਬੁੱਧ ਕਿਸੇ ਦਾ ਰਾਹ ਦੇਖ ਰਹੇ ਹੈ। ਲੋਕਾਂ ਨੇ ਕਿਹਾ ਹੁਣ ਤੁਸੀਂ ਸ਼ੁਰੂ ਕਰੋ, ਸਮਾਂ ਬੀਤਿਆ ਜਾਂਦਾ। ਬੁੱਧ ਨੇ ਕਿਹਾ ਇੱਕ ਆਦਮੀ ਨੇ ਵਾਅਦਾ ਕੀਤਾ ਸੀ ਤੁਹਾਡੇ ਪਿੰਡ 'ਚ, ਉਹ ਕਿੱਥੇ ਹੈ। ਉਹਨਾਂ ਨੇ ਕਿਹਾ ਬੜੀ ਮੁਸ਼ਕਿਲ ਹੈ, ਉਹ ਤੁਹਾਡੇ ਤੋਂ ਬਚ ਰਿਹਾ ਹੈ, ਉਹਨੂੰ ਬੁਲਾ ਲਿਆਓ। ਬੁੱਧ ਨੇ ਕਿਹਾ ਕਿਉਂਕਿ ਪਤਾ ਨਹੀਂ ਅਗਲੇ ਸਾਲ ਮੈਂ ਬਚਾਂ ਜਾਂ ਨਾ ਬਚਾਂ, ਉਹਦਾ ਮਾਮਲਾ ਅਗਲੇ ਸਾਲ ਤੱਕ ਟਲ ਹੀ ਗਿਆ ਹੋਏਗਾ। ਉਸ ਆਦਮੀ ਨੂੰ ਲਿਆਂਦਾ ਗਿਆ। ਉਹਨੇ ਕਿਹਾ ਮਾਫ਼ ਕਰਨਾ, ਬੜੀ ਗਲਤੀ ਹੋ ਗਈ, ਪਰ ਸਾਨੂੰ ਸਮਝ ਨਹੀਂ ਆਉਂਦੀ ਨਾ, ਇੰਨੇ ਦੂਰ ਦੇ ਸਵਾਲ ਪੈਦਾ ਹੋ ਗਏ ਹਨ। ਹੁਣ ਲੜਕਾ ਵੀ ਵੱਡਾ ਹੋ ਗਿਆ, ਮਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ, ਪਿਤਾ ਬੁੱਢੇ ਹਨ, ਘਰ 'ਚ ਬਹੁਤ ਕੰਮ ਹਨ, ਲੇਕਿਨ ਅਗਲੇ ਸਾਲ ਜਦੋਂ ਤੁਸੀਂ ਆਓਗੇ। ਬੁੱਧ ਨੇ ਹੋਰ ਲੋਕਾਂ ਨੂੰ ਕਿਹਾ ਕਿ ਦੇਖਦੇ ਹੋ ਇਸ ਆਦਮੀ ਨੂੰ। ਅਸਲ 'ਚ ਇਸ ਆਦਮੀ ਦੇ ਮਨ 'ਚ ਹੁਣ ਤੱਕ ਦੁਨੀਆ ਪ੍ਰਤੀ ਕੋਈ ਨਿਰਾਸ਼ਾ ਨਹੀਂ ਜਨਮੀ। ਅਜੇ ਇਹਨੂੰ ਅਜਿਹਾ ਨਹੀਂ ਲੱਗ ਰਿਹਾ ਕਿ ਜਗਤ ਵਿੱਚ ਅੱਗ ਲੱਗੀ ਹੈ ਤੇ ਇਹ ਪੋਸਟਪੋਨ ਕਰ ਸਕਦਾ, ਮੁਲਤਵੀ ਕਰ ਸਕਦਾ। ਜੇ ਇਸ ਮਕਾਨ 'ਚ ਅੱਗ ਲੱਗ ਜਾਏ ਤਾਂ ਇੱਥੇ ਇੱਕ ਆਦਮੀ ਨਹੀਂ ਲੱਭੇਗਾ ਜੋ ਕਹੇਗਾ ਕਿ ਮੈਂ ਥੋੜ੍ਹੀ ਦੇਰ 10 ਮਿੰਟ ਬਾਅਦ ਆਉਣਾ। ਅੱਗ ਲੱਗੀ ਤਾਂ ਇੱਥੋਂ ਜੇ ਦੌੜ ਹੋਏਗੀ ਤਾਂ ਉਹ ਹੋਏਗੀ ਕਿ ਕੌਣ ਪਹਿਲਾਂ ਨਿਕਲ ਜਾਏ, ਕੋਈ ਪਿੱਛੇ ਹੋਣ ਨੂੰ ਰਾਜ਼ੀ ਨਹੀਂ ਹੈ। ਲੇਕਿਨ ਜੀਵਨ ਦੇ ਸੱਚ ਵੱਲ ਅਜਿਹੀ ਕੋਈ ਦੌੜ ਦਿਖਾਈ ਨਹੀਂ ਦਿੰਦੀ। ਸੱਚ ਤਾਂ ਇਹ ਹੈ ਕਿ ਜੀਵਨ ਦੀ ਸੱਚ ਦੀ ਭਾਲ ਇਕੱਲਾ ਇੱਕੋ ਇੱਕ ਖੇਤਰ ਹੈ ਜਿੱਥੇ ਕੋਈ ਕੰਪੀਟੀਸ਼ਨ, ਕੋਈ ਮੁਕਾਬਲਾ ਨਹੀਂ। ਤੁਸੀਂ ਚਲੇ ਜਾਓ ਇਕੱਲੇ ਤੇ ਬਿਲਕੁਲ ਨੰਬਰ 1 ਆ ਜਾਓ, ਤਾਂ ਕੋਈ ਰੋਕਣ ਵਾਲਾ ਨਹੀਂ। ਕੋਈ ਦੂਜਾ ਹੁੰਦਾ ਤਾਂ ਹੁੰਦਾ ਹੀ ਨਹੀਂ। ਨਿਰਾਸ਼ਾ ਜੀਵਨ ਜਿਹੋ ਜਿਹਾ ਹੈ ਉਹਨੂੰ ਦੇਖ ਲਓ ਤਾਂ ਨਿਰਾਸ਼ਾ ਪਕੜੇਗੀ। ਕੀ ਹੈ ਸਾਡਾ ਪ੍ਰੇਮ, ਕੀ ਹੈ ਸਾਡੀ ਮਿੱਤਰਤਾ। ਪ੍ਰੇਮ ਨੂੰ ਬਹੁਤ ਭਾਲਣਗੇ ਤਾਂ 2-4 ਹੰਝੂਆਂ ਦੇ ਸਿਵਾ ਅੰਦਰ ਕੁਝ ਮਿਲਦਾ ਹੀ ਨਹੀਂ। ਤੇ ਜਦੋਂ ਹੰਝੂ ਖੁਦ ਦੇ ਅਨੁਭਵ ਵਿੱਚੋਂ ਆਉਂਦੇ ਹਨ ਤਾਂ ਜਿਵੇਂ ਸਾਗਰ ਦਾ ਪਾਣੀ ਤਿੱਖਾ ਤੇ ਕੌੜਾ ਹੈ, ਉਵੇਂ ਹੀ ਹੁੰਦੇ ਹਨ। ਮਿੱਤਰਤਾ ਕੀ ਹੈ? ਮਿੱਤਰਤਾ ਜਿਹਨੂੰ ਅਸੀਂ ਜਾਣਦੇ ਹਾਂ ਉਹ ਕੀ ਹੈ? ਮਿੱਤਰਤਾ
ਰਵਿੰਦਰ ਨਾਥ ਨੇ ਇੱਕ ਕਵਿਤਾ ਲਿਖੀ ਹੈ, ਲਿਖਿਆ ਹੈ, ਇੱਕ ਬਹੁਤ ਭਿਕਸ਼ੂ ਇੱਕ ਪਿੰਡ ਚੋਂ ਲੰਘ ਰਿਹਾ ਹੈ। ਸੰਨਿਆਸੀ ਇੱਕ ਵੇਸਵਾ ਉਸ ਉੱਪਰ ਮੋਹਤ ਹੋ ਗਈ ਤੇ ਉਹਨੇ ਹੇਠਾਂ ਉਤਰ ਕੇ ਉਸ ਭਿਕਸ਼ੂ ਨੂੰ ਕਿਹਾ ਕਿ ਆਓ, ਇਹ ਪਹਿਲਾ ਮੌਕਾ ਹੈ ਕਿ ਮੈਂ ਕਿਸੇ ਨੂੰ ਬੁਲਾਵਾ ਦਿੰਦੀ ਹਾਂ। ਹੁਣ ਤੱਕ ਲੋਕਾਂ ਨੇ ਮੈਨੂੰ ਬੁਲਾਵਾ ਦਿੱਤਾ ਤੇ ਮੇਰੇ ਦੁਆਰ ਉੱਪਰ ਦਸਤਕ ਦਿੱਤੀ ਹੈ, ਸਾਰਿਆਂ ਲਈ ਦੁਆਰ ਨਹੀਂ ਖੁੱਲਦੇ। ਇੱਕ ਅਰਥਾਂ ਵਿੱਚੋਂ ਮਹਾਰਾਣੀ ਸੀ, ਸਾਰਾ ਨਗਰ ਉਹਦੇ ਲਈ ਦੀਵਾਨਾ ਸੀ। ਨਗਰ ਦੀ ਬਹੂ ਸੀ, ਬੇਹੱਦ ਖੂਬਸੂਰਤ ਸੀ। ਸਾਰੇ ਮਹਾਰਾਜੇ ਵੀ ਉਹਨੂੰ ਮਿਲ ਸਕਣ ਇਹ ਜ਼ਰੂਰੀ ਨਹੀਂ ਸੀ। ਭਿਕਸ਼ੂ ਖੜਾ ਹੋ ਗਿਆ। ਉਹਨੇ ਕਿਹਾ ਕਿ ਜਦੋਂ ਜ਼ਰੂਰਤ ਹੋਏਗੀ ਤਾਂ ਮੈਂ ਆਵਾਂਗਾ, ਜਦੋਂ ਜ਼ਰੂਰਤ ਹੋਏਗੀ ਤਾਂ ਮੈਂ ਆ ਜਾਵਾਂਗਾ। ਪਰ ਉਸ ਇਸਤਰੀ ਨੇ ਕਿਹਾ ਕਿ ਜ਼ਰੂਰਤ, ਮੈਂ ਤੈਨੂੰ ਪ੍ਰੇਮ ਦਾ ਸੱਦਾ ਦੇ ਰਹੀ ਹਾਂ। ਉਸ ਭਿਕਸ਼ੂ ਨੇ ਕਿਹਾ, ਸੱਦਾ ਮੈਂ ਸੁਣ ਲਿਆ ਤੇ ਸਵੀਕਾਰ ਕਰ ਲਿਆ, ਲੇਕਿਨ ਅਜੇ ਉਹਨਾਂ ਨੂੰ ਆਉਣ ਦਿਓ ਜੋ ਤੁਹਾਡੇ ਮਿੱਤਰ ਹਨ, ਤੁਹਾਡੇ ਪ੍ਰੇਮੀ ਹਨ। ਕੱਲ ਅਜਿਹਾ ਪਲ ਵੀ ਆ ਜਾਏਗਾ, ਨਾ ਮਿੱਤਰ ਮਿਲੇਗਾ ਨਾ ਪ੍ਰੇਮੀ, ਤਦ ਮੇਰੀ ਲੋੜ ਹੋਏਗੀ ਤਾਂ ਮੈਂ ਆ ਜਾਵਾਂਗਾ। ਮੈਂ ਤਦ ਤੱਕ ਉਡੀਕ ਕਰ ਸਕਦਾ। ਗੱਲ ਆਈ ਗਈ ਹੋ ਗਈ। ਵੇਸਵਾ ਦੁਖੀ ਤੇ ਪੀੜਤ ਹੈ। ਫਿਰ ਸਾਲ ਲੰਘ ਗਿਆ। ਫਿਰ ਜੋ ਹੋਣਾ ਸੀ, ਜੋ ਹੁੰਦਾ ਹੈ, ਉਹ ਹੋਇਆ। ਉਹ ਵੇਸਵਾ ਕੋੜੀ ਹੋ ਗਈ। ਪਿੰਡ ਨੇ ਉਹਨੂੰ ਕੱਢ ਕੇ ਬਾਹਰ ਸੁੱਟ ਦਿੱਤਾ। ਉਹਦੇ ਸਰੀਰ ਦੇ ਅੰਗ ਗਲ ਗਲ ਕੇ ਡਿੱਗਣ ਲੱਗੇ। ਕੋਈ ਉਹਦੇ ਕੋਲ ਨਾ ਆਉਂਦਾ, ਦੂਰ ਤੱਕ ਉਹਦੀ ਬਦਬੂ ਪਹੁੰਚਦੀ। ਉਸ ਰਸਤਿਓਂ ਲੋਕ ਨਾ ਲੰਘਦੇ ਕਿ ਉਹ ਕਿਸੇ ਨੂੰ ਆਵਾਜ਼ ਨਾ ਮਾਰੇ, ਕਿਉਂਕਿ ਇਹ ਉਹੀ ਲੋਕ ਸਨ ਜਿਨ੍ਹਾਂ ਨੇ ਕਦੇ ਉਹਦੇ ਦੁਆਰ ਉੱਤੇ ਦਸਤਕ ਦਿੱਤੀ ਸੀ। ਅੱਧੀ ਰਾਤ, ਮੱਸਿਆ ਦੀ ਰਾਤ, ਉਹ ਤੜਪ ਰਹੀ ਹੈ। ਉਹਨੂੰ ਪਿਆਸ ਲੱਗੀ ਹੈ, ਕੋਈ ਪਾਣੀ ਦੇਣ ਵਾਲਾ ਵੀ ਨਹੀਂ। ਤਦੇ ਕੋਈ ਹੱਥ ਉਹਦੇ ਮੱਥੇ ਤੱਕ ਪਹੁੰਚ ਗਿਆ, ਕੋਈ ਪਾਣੀ ਉਹਦੇ ਮੂੰਹ 'ਚ ਪਾਉਣ ਲੱਗਾ। ਉਹਨੇ ਪੁੱਛਿਆ ਅੱਖਾਂ ਖੋਲ ਕੇ, ਪਾਣੀ ਪੀ ਕੇ, ਕਿ ਤੁਸੀਂ ਕੌਣ ਹੋ? ਤਾਂ ਉਹਨੇ ਕਿਹਾ, ਮੈਂ ਉਹੀ ਭਿਕਸ਼ੂ ਹਾਂ ਜੋ ਕਈ ਸਾਲ ਪਹਿਲਾਂ ਤੁਹਾਡੇ ਦੁਆਰ ਤੋਂ ਲੰਘਿਆ ਸੀ। ਇੱਕ ਦੋਸਤੀ ਤੁਸੀਂ ਜਾਣੀ ਸੀ, ਇੱਕ ਦੋਸਤੀ ਮੈਂ ਵੀ ਜਾਣਦਾ। ਪਰ ਉਸ ਵੇਸਵਾ ਨੇ ਕਿਹਾ ਕਿ ਹੁਣ ਵਿਅਰਥ ਹੀ ਆਏ, ਹੁਣ ਤਾਂ ਮੇਰੇ ਕੋਲ ਦੇਣ ਨੂੰ ਕੁਝ ਵੀ ਨਹੀਂ ਹੈ। ਉਸ ਭਿਕਸ਼ੂ ਨੇ ਕਿਹਾ, ਜੋ ਦੋਸਤੀ ਲੈਣ ਨੂੰ ਆਉਂਦੀ ਹੈ ਉਹ ਦੋਸਤੀ ਨਹੀਂ, ਮੈਂ ਲੈਣ ਨੂੰ ਕੁਝ ਨਹੀਂ ਆਇਆ। ਲੇਕਿਨ ਅਸੀਂ ਕੋਈ ਅਜਿਹੀ ਦੋਸਤੀ ਜਾਣੀ ਹੈ ਜੋ ਲੈਣ ਨਾ ਆਈ ਹੋਵੇ। ਅਸਲ 'ਚ ਦੋ ਤਰ੍ਹਾਂ ਦੀਆਂ ਦੁਸ਼ਮਣੀਆਂ ਜਾਣੀਆਂ ਹਨ, ਆਪਣਿਆਂ ਦੀ ਤੇ ਪਰਾਇਆਂ ਦੀ। ਆਪਣਿਆਂ ਦੀ ਦੁਸ਼ਮਣੀ ਨੂੰ ਅਸੀਂ ਦੋਸਤੀ ਕਹਿੰਦੇ ਹਾਂ, ਪਰਾਇਆਂ ਦੀ ਦੁਸ਼ਮਣੀ ਨੂੰ ਅਸੀਂ ਦੁਸ਼ਮਣੀ ਕਹਿੰਦੇ ਹਾਂ। ਦੋਵੇਂ ਹੀ ਸਾਡੇ ਤੋਂ ਲੈਣ ਨੂੰ ਕਾਹਲੇ ਹਨ। ਆਪਣਿਆਂ ਦੇ ਢੰਗ ਜ਼ਰਾ ਪਿਆਰ ਵਾਲੇ ਹਨ, ਪਰਾਇਆਂ ਦੇ ਢੰਗ ਜ਼ਰਾ ਗੁੱਸੇ ਭਰੇ ਹਨ। ਇਹ ਦੋਵੇਂ ਲੈਣ ਨੂੰ ਤਤਪਰ ਹਨ। ਦੋਸਤੀ ਅਸੀਂ ਜਾਣੀ ਨਹੀਂ, ਪ੍ਰੇਮ ਅਸੀਂ ਜਾਣਿਆ ਨਹੀਂ, ਜੀਵਨ ਅਸੀਂ ਜਾਣਿਆ ਨਹੀਂ, ਸ਼ਾਂਤੀ ਤੇ ਆਨੰਦ ਦੀ ਸਾਨੂੰ ਕੋਈ ਖਬਰ ਨਹੀਂ। ਭਾਵੇਂ ਖੋਜ ਉਸੇ ਦੀ ਹੈ ਤੇ ਉਹ ਖੋਜ ਕਦੀ ਪੂਰੀ ਨਹੀਂ ਹੋਏਗੀ। ਜਦੋਂ ਤੱਕ ਜੋ ਵਿਅਰਥ ਹੈ ਉਹ ਵਿਅਰਥ ਦਿਖਾਈ ਨਾ ਦੇ ਜਾਏ, ਤਦ ਤੱਕ ਸਾਰਥਕ ਦੀ ਖੋਜ ਨਹੀਂ ਹੁੰਦੀ। ਜੋ ਗਲਤ ਹੈ, ਗਲਤ ਨਾ ਦਿਖਾਈ ਦੇ ਜਾਏ, ਤਦ ਤੱਕ ਜੋ ਠੀਕ ਹੈ ਉਹਦੀ ਖੋਜ ਸ਼ੁਰੂ ਨਹੀਂ ਹੁੰਦੀ। The false must be known as false। ਇੱਕ ਵਾਰ ਬਿਲਕੁਲ ਸਾਫ਼ ਹੋ ਜਾਣਾ ਚਾਹੀਦਾ ਹੈ ਕਿ ਗਲਤ ਹੈ, ਲੇਕਿਨ ਕਿੰਨੇ ਦਿਨਾਂ ਵਿੱਚ ਸਾਫ਼ ਹੋਏਗਾ, ਕਿੰਨੇ ਜਨਮਾਂ 'ਚ ਸਾਫ਼ ਹੋਏਗਾ? 50 ਸਾਲ, 60 ਸਾਲ। ਗਲਤ ਨੂੰ ਗਲਤ ਨਹੀਂ ਦੱਸਦੇ। ਇੱਕ ਜ਼ਿੰਦਗੀ ਨੂੰ ਗਿਣੀਏ ਤਾਂ ਜੋ ਜਾਣਦੇ ਹਨ ਉਹ ਤਾਂ ਅਨੇਕਾਂ ਜ਼ਿੰਦਗੀਆਂ ਨੂੰ ਗਿਣਨਗੇ ਤੇ ਕਹਿਣਗੇ ਕਿ ਅਨੇਕਾਂ ਜ਼ਿੰਦਗੀਆਂ ਵੀ ਨਹੀਂ ਦੱਸ ਸਕਦੀਆਂ ਕਿ ਗਲਤ ਕੀ ਹੈ। ਜਿਵੇਂ ਕਿ ਅਸੀਂ ਤੈਅ ਹੀ ਕਰ ਰੱਖਿਆ ਕਿ ਅਸੀਂ ਗਲਤ ਨੂੰ ਗਲਤ ਨਹੀਂ ਦੇਖਾਂਗੇ, ਅਸੀਂ ਉਹਨੂੰ ਠੀਕ ਦੇਖਦੇ ਹੀ ਚਲੇ ਜਾਵਾਂਗੇ। ਅਸੀਂ ਸਹੁੰ ਹੀ ਖਾ ਰੱਖੀ ਹੈ। ਇਹ ਸਹੁੰ ਤੋੜਨੀ ਜ਼ਰੂਰੀ ਹੈ। ਇਹ ਸਹੁੰ ਜਿਸ ਦਿਨ ਤੋਂ ਟੁੱਟਣੀ ਸ਼ੁਰੂ ਹੋ ਜਾਏ, ਮੈਂ ਕਹਾਂਗਾ ਉਸ ਦਿਨ ਤੋਂ ਤੁਹਾਡਾ ਜਨਮ ਸ਼ੁਰੂ ਹੋਇਆ। ਜਿਸ ਦਿਨ ਤੋਂ ਇਹ ਜ਼ਿੰਦਗੀ ਵਿਅਰਥ ਦਿਖਾਈ ਦੇਣੀ ਸ਼ੁਰੂ ਹੋ ਜਾਏ, ਉਸ ਦਿਨ ਤੋਂ ਮੈਂ ਕਹਾਂਗਾ ਤੁਹਾਡੀ ਅਸਲੀ ਜ਼ਿੰਦਗੀ ਸ਼ੁਰੂ ਹੋਈ, ਤੁਹਾਡਾ ਅਸਲੀ ਜਨਮ ਸ਼ੁਰੂ ਹੋਇਆ। ਤੇ ਉਸ ਤਰ੍ਹਾਂ ਦੇ ਆਦਮੀ ਨੂੰ ਹੀ ਟਵਾਈਸ ਬੌਰਨ ਕਹਿੰਦੇ ਆ, ਜਨੇਊ ਪਾਉਣ ਵਾਲੇ ਨੂੰ ਨਹੀਂ, ਕਿਉਂਕਿ ਜਨੇਊ ਤਾਂ ਕਿਸੇ ਨੂੰ ਵੀ ਪਾਇਆ ਜਾ ਸਕਦਾ ਹੈ। ਟਵਾਈਸ ਅਸੀਂ ਕਹਿੰਦੇ ਹਾਂ ਉਸ ਆਦਮੀ ਨੂੰ ਜੋ ਇਸ ਦੂਜੀ ਜ਼ਿੰਦਗੀ 'ਚ ਪ੍ਰਵੇਸ਼ ਕਰ ਜਾਂਦਾ ਹੈ। ਇੱਕ ਜਨਮ ਹੈ ਜੋ ਮਾਂ ਬਾਪ ਤੋਂ ਮਿਲਦਾ ਹੈ, ਉਹ ਸਰੀਰ ਦਾ ਹੋ ਸਕਦਾ ਹੈ। ਇੱਕ ਹੋਰ ਜਨਮ ਹੈ ਜੋ ਖੁਦ ਦੀ ਖੋਜ ਤੋਂ ਮਿਲਦਾ ਹੈ, ਉਹ ਜੀਵਨ ਦੀ ਸ਼ੁਰੂਆਤ ਹੈ। ਤਾਂ ਇਸ ਜਨਮ ਦਿਨ ਉੱਤੇ ਮੇਰੇ ਤਾਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਤਾਂ ਜੀਸਸ ਬੁੱਧ ਤੇ ਲਾਤਸੇ ਤੋਂ ਰਾਜ਼ੀ ਹਾਂ। ਲੇਕਿਨ ਇਸ ਜਨਮ ਦਿਨ ਉੱਪਰ ਜੋ ਕਿ ABCD ਕਿਸੇ ਦਾ ਵੀ ਹੋ ਸਕਦਾ ਹੈ, ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਕਿ ਇੱਕ ਹੋਰ ਜਨਮ ਵੀ ਹੈ, ਉਹਨੂੰ ਖੋਜੋ। ਇੱਕ ਹੋਰ ਜੀਵਨ ਵੀ ਹੈ ਇੱਥੇ ਕੋਲ ਹੀ, ਜ਼ਰਾ ਮੁੜੇ ਤੇ ਸ਼ਾਇਦ ਮਿਲ ਜਾਏ, ਬਸ ਕਿਨਾਰੇ ਉੱਤੇ, ਕੋਨੇ ਵਿੱਚ ਹੀ। ਤੇ ਜਦੋਂ ਤੱਕ ਉਹ ਜੀਵਨ ਨਾ ਮਿਲ ਜਾਏ, ਤਦ ਤੱਕ ਜਨਮ ਦਿਨ ਨਾ ਮਨਾਓ, ਤਦ ਤੱਕ ਸੋਚੋ ਨਾ ਜਨਮ ਦਿਨ ਦੀ ਗੱਲ,
ਕਿਉਂਕਿ ਜਿਹਨੂੰ ਅਸੀਂ ਜਨਮ ਦਿਨ ਕਹਿ ਰਹੇ ਹਾਂ ਉਹ ਸਿਰਫ ਮੌਤ ਦਾ ਲੁਕਿਆ ਹੋਇਆ ਚਿਹਰਾ ਹੈ। ਹਾਂ, ਜਿਸ ਦਿਨ ਜਿਸ ਨੂੰ ਮੈਂ ਜਨਮ ਦਿਨ ਕਹਿ ਰਿਹਾ ਉਹਦੀ ਤੁਹਾਨੂੰ ਝਲਕ ਮਿਲ ਜਾਏ, ਉਸੇ ਦਿਨ ਨੂੰ ਮਨਾਓ। ਉਸ ਦਿਨ ਫਿਰ ਹਰ ਪਲ ਜਨਮ ਹੈ, ਕਿਉਂਕਿ ਉਸ ਤੋਂ ਬਾਅਦ ਫਿਰ ਜੀਵਨ ਹੀ ਜੀਵਨ ਹੈ, ਸਦੀਵੀ, ਅਨੰਤ। ਫਿਰ ਉਹਦਾ ਕੋਈ ਅੰਤ ਨਹੀਂ ਹੈ। ਅਜਿਹੇ ਜਨਮ ਦੀ ਯਾਤਰਾ ਉੱਪਰ ਤੁਸੀਂ ਨਿਕਲੋ। ਅਜਿਹੇ ਪਰਮਾਤਮਾ ਨੂੰ ਪ੍ਰਾਰਥਨਾ ਕਰਦਾ। ਮੇਰੀਆਂ ਗੱਲਾਂ ਨੂੰ ਇੰਨੇ ਪ੍ਰੇਮ ਨਾਲ ਤੇ ਸ਼ਾਂਤੀ ਨਾਲ ਸੁਣਿਆ, ਉਹਦੇ ਲਈ ਧੰਨਵਾਦੀ ਹਾਂ। ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਦਾ। ਮੇਰਾ ਪ੍ਰਣਾਮ ਸਵੀਕਾਰ ਕਰੋ। ਧੰਨਵਾਦ।